ਵਾਹਿਗੁਰੂ ਜੀ। ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਾਂ, ਹਿਰਦੈ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਬੈਠੇ ਸਤਿਗੁਰੂ ਅਨੰਦਤ, ਬਾਰ ਬਾਰ ਦਰਸ਼ਨ ਸਿੱਖ ਪੰਡਤ। ਕਹਿਤ ਸੁੰਦ ਸਭ ਆਖੀ ਰਾਤ, ਗੀਤ ਗਈ ਬੈਠੇ ਚਿਤ ਸ਼ਾਂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਕਿਰਪਾ ਦੇ ਖਜ਼ਾਨੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਰੂਪ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ, ਪੰਥ ਕੇ ਵਾਲੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ। ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਆਪ ਜੀ ਨੇ ਨੰਦੇੜ ਦੀ ਧਰਤੀ ਤੇ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ, ਨਾਲ ਪੰਜਾਂ ਸਿੰਘਾਂ ਨੂੰ ਖਾਲਸੇ ਨੂੰ ਵਡਿਆਈ ਬਖਸ਼ਿਸ਼ ਕੀਤੀ। ਆਪ ਜੀ ਨੇ ਆਗਿਆ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਦੇ ਨਾਲ ਖਾਲਸਾ ਪੰਥ ਸਾਜਿਆ ਹੈ।
आज्ञा भई अकाल की तबै चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की देह, जो प्रभ को मिलबो चाहे खोज शब्द मैं लेह। और जिमें गरीब नवाज साहब जी ने कतक सुदी दूज नूं बिक्रमी संमत 1765 श्री गुरु ग्रंथ साहिब महाराज जी नूं गुरियाई बख्शिश की है, ਉਹਦੇ ਤੋਂ 3 ਦਿਨ ਬਾਅਦ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਬਿਆਨਾ ਕੀਤਾ। ਕੱਤਕ ਸੁਦੀ ਪੰਚਵੀਂ ਵਾਲੇ ਦਿਨ, ਮੱਸਿਆ ਤੋਂ ਅਗਲੇ ਦਿਨ ਸੁਦੀ ਏਕਮ ਹੁੰਦੀ ਹੈ ਤੇ ਪੰਜਵੇਂ ਦਿਨ ਕੱਤਕ ਮਹੀਨਾ ਹੈ ਤੇ ਸੁਦੀ ਪੰਚਵੀਂ ਦਾ ਦਿਨ ਹੈ, ਵੀਰਵਾਰ ਹੈ ਉਸ ਦਿਨ, ਤੇ ਸਾਰਾ ਦਿਨ ਲੰਘ ਗਿਆ ਹੈ। ਮਹਾਰਾਜ ਸਾਹਿਬ ਜੀ ਨੇ ਖਾਲਸੇ ਨੂੰ ਉਪਦੇਸ਼ ਦਿੱਤਾ, ਦਰਸ਼ਨ ਦਿੱਤੇ। ਇਸੇ ਤਰ੍ਹਾਂ ਸ਼ਾਮ ਦਾ ਸਮਾਂ ਹੋਇਆ, ਮਹਾਰਾਜ ਸਾਹਿਬ ਜੀ ਨੇ ਸਾਰੀ ਤਿਆਰੀ ਕਰਵਾਈ ਹੈ ਵੀ ਖਾਲਸਾ ਜੀ ਕਨਾਤ ਲਾ ਦਿਓ ਤੇ ਜੋ ਚੰਦਨ ਦੀ ਲੱਕੜ ਲਿਆਂਦੀ ਹੋਈ ਉਹਦੀ ਚਿਖਾ ਤਿਆਰ ਕਰ ਦਿਓ ਵਿੱਚ। ਉਹ ਵੱਡੀ ਭਾਰੀ ਚਿਖਾ ਤਿਆਰ ਕੀਤੀ ਗਈ, ਅੰਗੀਠਾ ਤਿਆਰ ਕੀਤਾ ਗਿਆ। ਮਹਾਰਾਜ ਸਾਹਿਬ ਜੀ ਨੇ ਸਣ ਕੇ ਸੀ ਇਸ਼ਨਾਨ ਕੀਤਾ, ਵਸਤਰ ਪਹਿਨੇ, ਸ਼ਸਤਰ ਸਜਾਏ, ਆਪ ਜੀ ਤਿਆਰ ਬਰ ਤਿਆਰ ਹੋਏ। ਉਹ ਸਾਰਾ ਪ੍ਰਸੰਗ ਆਪਾਂ ਪਿਛੇ ਸਾਧ ਸੰਗਤ ਜੀ ਵਿਸਥਾਰ ਸਹਿਤ ਸਰਵਣ ਕੀਤਾ ਹੈ। ਹੁਣ ਇਹ ਜਿਸ ਮੌਕੇ 'ਤੇ ਰਾਤ ਦਾ ਸਮਾਂ ਹੈ, ਮਹਾਰਾਜ ਸਾਹਿਬ ਜੀ ਖਾਲਸੇ ਵਿੱਚ ਬੈਠੇ ਹੋਏ ਆ ਅਤੇ ਖਾਲਸੇ ਨੂੰ ਉਪਦੇਸ਼ ਦਿੰਦਿਆਂ ਹੋਇਆਂ ਇਹ ਬਚਨ ਕਹੇ ਵੀ ਖਾਲਸਾ ਜੀ ਸਵੇਰੇ ਸ਼ਾਮ ਸਦਾ ਹੀ ਗੁਰਬਾਣੀ ਦਾ ਅਭਿਆਸ ਕਰਨਾ ਹੈ ਅਤੇ 10 ਹੀ ਗੁਰੂ ਸਾਹਿਬਾਂ ਦਾ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ ਸਾਡੇ ਸਮੇਤ ਸਾਰੇ ਗੁਰੂ ਸਾਹਿਬਾਂ ਦਾ ਇਤਿਹਾਸ ਵੀ ਪੜ੍ਹਦੇ ਸੁਣਦੇ ਰਹਿਣਾ। ਗੁਰਬਾਣੀ ਦਾ ਅਭਿਆਸ ਕਰਨਾ ਹੈ, ਗੁਰ ਮੰਤਰ ਅਤੇ ਮੂਲ ਮੰਤਰ ਨੂੰ ਕਦੀ ਵਿਸਾਰਨਾ ਨਹੀਂ ਹੈ। ਸ਼ਸਤਰਾਂ ਦਾ, ਹਥਿਆਰਾਂ ਦਾ ਵੀ ਅਭਿਆਸ ਕਰਦੇ ਰਹਿਣਾ ਹੈ। ਤੋ ਸਤਿਗੁਰੂ ਗਰੀਬ ਨਵਾਜ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਆਪ ਜੀ ਨੇ ਉਪਦੇਸ਼ ਬਖਸ਼ਿਆ। ਖਾਲਸੇ ਦੇ ਵਿੱਚ ਆਪ ਸਜੇ ਬੈਠੇ ਹਨ ਅਤੇ ਮਹਾਰਾਜ ਸਾਹਿਬ ਜੀ ਜਿਵੇਂ ਸੱਚਖੰਡ ਬਿਆਨਾ ਕਰ ਰਹੇ ਆ, ਇਹ ਪਵਿੱਤਰ ਇਤਿਹਾਸ, ਪਵਿੱਤਰ ਗੁਰੂ ਸਾਹਿਬ ਜੀ ਦੀ ਕਥਾ। ਇਹ 1708 ਈਸਵੀ ਸਨ ਹੈ ਅਤੇ 1765 ਬਿਕਰਮੀ ਸੰਮਤ ਹੈ। ਕੱਤਕ ਦਾ ਮਹੀਨਾ ਹੈ, ਮੱਸਿਆ ਤੋਂ 5ਵਾਂ ਦਿਨ ਹੈ। ਦਿਨ ਸਾਰਾ ਲੰਘ ਗਿਆ ਹੈ, ਰਾਤ ਦਾ ਸਮਾਂ ਆ ਗਿਆ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਸੱਚਖੰਡ ਬਿਆਨਾ ਕਰ ਰਹੇ ਹਨ, ਉਸ ਮੌਕੇ 'ਤੇ ਕੀਰਤਨੀਆਂ ਨੂੰ ਕਹਿ ਕਰਕੇ ਮਹਾਰਾਜ ਸਾਹਿਬ ਜੀ ਨੇ ਵਿਸ਼ੇਸ਼ ਕਰਕੇ ਇਸ ਸ਼ਬਦ ਦਾ ਕੀਰਤਨ ਕਰਵਾਇਆ ਸੀ। ਸਾਧ ਸੰਗਤ ਜੀ, ਮਾਰੂ ਮਹੱਲਾ ਪੰਜਵਾ, ਮਾਰੂ ਰਾਗ ਦੇ ਵਿੱਚ ਮਹਾਰਾਜ ਪੰਚਮ ਪਾਤਸ਼ਾਹੀ ਦਾ ਸ਼ਬਦ ਹੈ, ਜਿਹਦੀਆਂ ਰਹਾਉ ਦੀਆਂ ਤੁਕਾਂ ਹਨ। ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸਰਣ ਆਈ। ਆਖਿਆ ਵੀ ਇਸ ਸ਼ਬਦ ਦਾ ਕੀਰਤਨ ਸੁਣਾਓ, ਕੀਰਤਨ ਕਰੋ। ਗੁਰੂ ਘਰ ਦੇ ਕੀਰਤਨੀਆਂ ਨੇ ਇਸ ਪਵਿੱਤਰ ਸ਼ਬਦ ਦਾ ਕੀਰਤਨ ਕੀਤਾ। ਸਾਰਾ ਹੀ ਖਾਲਸਾ ਮਾਈ ਭਾਈ ਵੈਰਾਗ ਦੇ ਸਹਿਤ ਹਨ। ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਸਭ ਨੂੰ ਧੀਰਜ ਦਿੱਤਾ ਹੈ ਕਿ ਗੁਰੂ ਕੀ ਬਾਣੀ ਪੜ੍ਹੋ, ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਔਰ ਖਾਲਸੇ ਦੇ ਵਿੱਚ ਸਾਡਾ ਵਾਸਾ ਹੈ। ਸਾਡੀ ਦਸੀ ਹੋਈ ਰਹਿਤ ਮਰਿਆਦਾ ਦੇ ਧਾਰਨੀ ਹੋ ਕੇ ਰਹੋ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਮਹਾਰਾਜ ਸਾਹਿਬ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਤਰ੍ਹਾਂ ਸਤਿਗੁਰੂ ਜੀ ਖਾਲਸੇ ਦੇ ਵਿੱਚ ਆਪਣੇ ਸਿੰਘਾਸਣ 'ਤੇ ਬੈਠੇ ਹੋਏ ਆਨੰਦ ਦੇ ਸਹਿਤ ਹਨ। ਸਾਰੇ ਸਿੱਖ ਸੇਵਕ ਵਾਰ-ਵਾਰ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਕਰ ਰਹੇ ਆ ਅਤੇ ਗੁਰੂ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੰਦਨਾ ਕਰ ਰਹੇ, ਨਮਸਕਾਰਾਂ ਕਰ ਰਹੇ ਹਨ। ਇਸ ਤਰ੍ਹਾਂ ਕਹਿੰਦਿਆਂ ਅਤੇ ਸੁਣਦਿਆਂ ਗੁਰੂ ਸਾਹਿਬ ਜੀ ਨੇ ਜੋ ਖਾਲਸੇ ਨੂੰ ਬਚਨ ਕਹੇ ਅਤੇ ਖਾਲਸੇ ਨੇ ਸਰਵਣ ਕੀਤੇ। ਇਹ ਸਿੱਖਿਆ ਦੇ ਉਪਦੇਸ਼ ਦੇ ਬਚਨ ਮਹਾਰਾਜ ਸਾਹਿਬ ਜੀ ਕਰਦੇ ਰਹੇ ਅਤੇ ਗੁਰੂ ਕੇ ਸਿੱਖ ਸਰਵਣ ਕਰਦੇ ਰਹੇ। ਕਹਿੰਦਿਆਂ ਸੁਣਦਿਆਂ ਕਹਿੰਦੇ ਅੱਧੀ ਰਾਤ ਹੋ ਗਈ ਹੈ, ਅੱਧੀ ਰਾਤ ਦਾ ਸਮਾਂ ਹੋ ਗਿਆ। ਰਾਤ ਦੇ 2 ਪਹਿਰ ਬੀਤ ਗਏ। ਸਾਧ ਸੰਗਤ ਜੀ,
12 ਵੱਜ ਗਏ ਰਾਤ ਦੇ। ਸਾਰਾ ਖਾਲਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਰਦ ਗਿਰਦ ਬੈਠਾ ਹੋਇਆ। ਸਤਿਗੁਰੂ ਐ ਸ਼ਾਂਤ ਚਿੱਤ ਬੈਠੇ ਹੋਏ ਆ ਖਾਲਸੇ ਦੇ ਵਿੱਚ। ਸਾਰੇ ਸਿੰਘ ਬੈਠੇ ਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੱਚਖੰਡ ਪਿਆਨਾ ਕਰਨਾ ਜਾਣ ਕੇ ਕਿ ਹੁਣ ਮਹਾਰਾਜ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਹੈ, ਸੱਚਖੰਡ ਜਾਣਾ ਹੈ। ਤਾਂ ਮਹਾਰਾਜ ਸਾਹਿਬ ਜੀ ਦਾ ਸੱਚਖੰਡ ਜਾਣਾ ਸੁਣ ਕਰਕੇ ਨਾ ਦੇਵਤੇ ਵੀ ਸਮੂਹ ਆ ਗਏ ਆਕਾਸ਼ ਦੇ ਵਿੱਚ। ਆਪਣੀਆਂ ਆਪਣੇ ਘਰ ਛੱਡ ਕਰਕੇ, ਆਪਣੀਆਂ ਪੁਰੀਆਂ ਛੱਡ ਕਰਕੇ ਨੰਦੇੜ ਦੀ ਧਰਤੀ ਤੇ ਆਕਾਸ਼ ਦੇ ਵਿੱਚ ਦੇਵਤੇ ਵੀ ਸਾਰੇ ਆ ਗਏ। ਉਹਨਾਂ ਦੇ ਕੁਝ ਨਾਮ ਦੱਸ ਰਹੇ ਆ ਭਾਈ ਸੰਤੋਖ ਸਿੰਘ ਜੀ। ਸਾਰੇ ਦੇਵੀਆਂ ਦੇਵਤੇ ਆ ਗਏ ਮਹਾਰਾਜ ਸਾਹਿਬ ਜੀ। ਕਿਹੜੀ ਸ਼ਕਤੀ ਜਿਹੜੀ ਉਸ ਵੇਲੇ ਨਹੀਂ ਆਈ ਦਰਸ਼ਨ ਕਰਨ ਵਾਸਤੇ, ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਸੱਚਖੰਡ ਪਿਆਨਾ ਕਰ ਰਹੇ। ਸਾਰੀਆਂ ਹੀ ਮਹਾਨ ਸ਼ਕਤੀਆਂ ਜਿਹੜੀਆਂ ਵਾ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਆ ਗਈਆਂ। ਵਾਹਿਗੁਰੂ ਜੀ ਦੀ ਇਹ ਰਚਨਾ ਦੀਆਂ ਸਭ ਸ਼ਕਤੀਆਂ, ਸਭ ਦੇਵਰੂਆਂ, ਦੇਵੀਆਂ, ਦੇਵਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਵਾਸਤੇ ਆਏ। ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਤੇ ਥਾਂ ਥਾਂ ਤੇ ਸਾਧ ਸੰਗਤ ਜੀ ਦੇਵਤਿਆਂ ਦਾ, ਦੇਵੀਆਂ ਦਾ ਜ਼ਿਕਰ ਆਉਂਦਾ, ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰਾਂ ਕਰਦੇ ਆ। ਜਿਵੇਂ ਗੁਰਬਾਣੀ ਦਾ ਬਚਨ ਹੈ ਕਿ ਕਰੋੜਾ ਦੁਰਗਾ ਪਰਮੇਸ਼ਰ ਦੇ ਚਰਨ ਝੱਸਦੀਆਂ, ਵਾਹਿਗੁਰੂ ਜੀ ਦੇ ਚਰਨਾਂ ਦੀ ਮਾਲਿਸ਼ ਕਰਦੀਆਂ। ਕੋਟ ਦੁਰਗਾ ਜਾ ਕੇ ਮਰਦਨ ਕਰੈ, ਪਰਮੇਸ਼ਰ ਵਾਹਿਗੁਰੂ ਜੀ ਦੀ ਮਾਲਿਸ਼ ਕਰਦੀਆਂ। ਇਸੇ ਤਰ੍ਹਾਂ ਸੋਦਰ ਦੀ ਪੌੜੀ 'ਚ ਆਪਾਂ ਪੜ੍ਹਦੇ ਹਾਂ ਵੀ ਵਾਹਿਗੁਰੂ ਜੀ ਦਾ ਜਸ ਕਿੰਨੇ ਦੇਵੀ ਦੇਵਤੇ ਗਾਉਂਦੇ। ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ, ਆਦਿਕ ਬਚਨ ਮਹਾਰਾਜ ਨੇ ਕਹੇ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਆਖਿਆ, ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ। ਸਭ ਦੇਵੀਆਂ ਸਭ ਦੇਵਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਧਿਆਉਂਦੇ ਆ, ਸਤਿਗੁਰੂ ਜੀ ਨੂੰ ਨਮਸਕਾਰਾਂ ਕਰਦੇ ਹਨ। ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਆਗਮਨ ਦੇ ਸੰਬੰਧ ਦੇ ਵਿੱਚ ਔਰ ਜਦੋਂ ਮਹਾਰਾਜ ਸਾਹਿਬ ਜੀ ਨੇ ਉਦਾਸੀਆਂ ਕੀਤੀਆਂ, ਜੋ ਭਾਈ ਸਾਹਿਬ ਜੀ ਨੇ ਪੌੜੀਆਂ ਉਚਾਰਨ ਕੀਤੀਆਂ, ਤੇ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਜੋ ਪੌੜੀ ਆਉਂਦੀ ਨਾ, ਗੜ ਬਗਦਾਦ ਨਿਵਾਏ ਕੈ ਮੱਕਾ ਮਦੀਨਾ ਸਭ ਨਿਵਾਇਆ, ਸਿੱਧ 84 ਮੰਡਲੀ ਖਟ ਦਰਸ਼ਨ ਪਾਖੰਡ ਜਨਾਇਆ, ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਮਾਇਆ, ਜਿੱਤੀ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ, ਦੇਵ ਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ। ਦੇਵ ਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ। ਸਾਰੇ ਮਹਾਰਾਜ ਨੂੰ ਨਮਸਕਾਰਾਂ ਕਰਦੇ। ਅਗਲੀ ਪੰਕਤੀ 'ਚ ਭਾਈ ਸਾਹਿਬ ਨੇ ਆਖਿਆ, ਇੰਦਰਾਸਣ ਅਪਸ਼ਰਾਂ ਰਾਗ ਰਾਗਣੀ ਮੰਗਲ ਗਾਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਹੀ ਜੋਤ 10ਵੇਂ ਜਾਮੇ ਵਿੱਚ ਹੈ। ਤਾਂ ਸਭ ਦੇਵੀਆਂ ਸਭ ਦੇਵਤੇ ਨਮਸਕਾਰਾਂ ਕਰਨ ਵਾਸਤੇ ਆਪੋ ਆਪਣੇ ਟਿਕਾਣੇ ਛੱਡ ਕੇ, ਆਪਣੇ ਘਰ ਛੱਡ ਕੇ ਨੰਦੇੜ ਦੀ ਧਰਤੀ ਤੇ ਆਕਾਸ਼ ਵਿੱਚ ਆ ਗਏ। ਪਾਵਕ ਕਹਿੰਦੇ ਅਗਨੀ ਦੇਵਤਾ ਵੀ ਆਇਆ। ਮਗਵਾ ਮੇਘ ਨਾਮ ਬੱਦਲ ਦਾ ਹੈ। ਬੱਦਲ ਪਾਉਣ ਵਾਲਾ ਕੌਣ ਹੈ? ਪਰਮੇਸ਼ਰ ਦੇ ਹੁਕਮ ਦੇ ਵਿੱਚ ਇੰਦਰ ਦੇਵਤਾ। ਇੰਦਰ ਦੇਵਤਾ ਵੀ ਆਇਆ ਹੈ, ਕਿਉਂਕਿ ਨਮਸਕਾਰਾਂ ਮਹਾਰਾਜ ਦੇ ਹੁਕਮ 'ਚ ਹੀ ਚੱਲਣ ਵਾਲੇ ਆ ਨਾ। ਆਪਾਂ ਸਾਬੋ ਕੀ ਤਲਵੰਡੀ ਦਾ ਇਤਿਹਾਸ ਸੁਣਿਆ ਹੀ ਆ ਨਾ, ਪਿਛੇ 10ਵੇਂ ਪਾਤਸ਼ਾਹ ਦਾ। ਮਹਾਰਾਜ ਨੇ ਆਖਿਆ ਸੀ, ਡੱਲਿਆ ਛਿੱਤਰ ਮਾਰ ਰੱਖ ਕੇ ਸਿਰ 'ਚ ਇੰਦਰ ਦੇ ਮੀਂਹ ਨਹੀਂ ਪਾਉਂਦਾ। ਉਸ ਮੌਕੇ ਤੇ ਮਹਾਰਾਜ ਸਾਹਿਬ ਨੇ ਬਚਨ ਕਿਹਾ, 7 ਜੁੱਤੀਆਂ ਤਾਣ ਸੁੱਟੀਆਂ ਸੀ, ਮੀਂਹ ਪਾਇਆ। ਤੇ ਫਿਰ ਮਹਾਰਾਜ ਹੁਣ ਹਟਦਾ ਨਹੀਂ, ਸਤਿਗੁਰੂ ਕਹਿੰਦੇ ਫਿਰ ਇਸੇ ਤਰ੍ਹਾਂ ਹੀ ਕਰ। ਤੇ ਉਹ ਮਹਾਰਾਜ ਦੇ ਭੈ ਦੇ ਵਿੱਚ ਹੀ ਆ, ਸਾਰੇ ਹੁਕਮ ਦੇ ਵਿੱਚ ਹੀ ਆ। ਸਤਿਗੁਰੂ ਜਿਵੇਂ ਮਰਜ਼ੀ ਮੌਜ ਦੇ ਮਾਲਕ ਆ। ਤਾਂ ਉਹ ਵੀ ਆਏ ਆ ਮਹਾਰਾਜ ਨੂੰ ਨਮਸਕਾਰ ਕਰਨ ਵਾਸਤੇ, ਕਿਉਂਕਿ ਗੁਰੂ ਸਾਹਿਬ ਜੀ ਦੀ ਤਾਂ ਆਗਿਆ ਵਿੱਚ ਹੀ ਚੱਲਣ ਵਾਲੇ ਆ, ਸਤਿਗੁਰਾਂ ਨੂੰ ਨਮਸਕਾਰਾਂ ਕਰਨ ਵਾਲੇ। ਇੰਦਰ ਦੇਵਤਾ ਵੀ ਆਇਆ। ਵਰਨ ਇਸੇ ਤਰ੍ਹਾਂ ਵਰਨ ਦੇਵਤਾ। ਸੋ ਇਹ ਵਰਨ ਦੇਵਤਾ ਜਿਹਨੂੰ ਖਵਾਜਾ ਕਹਿ ਦਿੰਦੇ ਆ, ਪਾਣੀ ਦਾ ਦੇਵਤਾ। ਵਰਨ ਦੇਵਤਾ ਵੀ ਆ ਗਿਆ ਉੱਥੇ। ਕਹਿੰਦੇ ਧਨੇਸ਼ੂ ਧਨ ਦਾ ਦੇਵਤਾ। ਕੁਬੇਰ ਵੀ ਆਇਆ ਹੈ। ਇਸੇ ਤਰ੍ਹਾਂ ਨਿਸ਼ੇਸ਼
ਜੋ ਨਿਸ ਨਾਮ ਹੁੰਦਾ ਹੈ ਰਾਤ ਦਾ, ਤੇ ਏਸ਼ ਰਾਤ ਦਾ ਈਸ਼ਰ ਕਹਿੰਦੇ ਚੰਦਰਮਾ, ਤੇ ਦਿਨੇਸ਼ ਦਿਨ ਦਾ ਏਸ਼ ਈਸ਼ਰ ਕਹਿੰਦੇ ਸੂਰਜ। ਉਹ ਸੂਰਜ ਚੰਦ ਇਹਨਾਂ ਦੇ ਜਿਹੜੇ ਦੇਵਤੇ ਹਨ ਉਹ ਵੀ ਮੂਰਤ ਧਾਰ ਕੇ ਆਏ। ਇਸੇ ਤਰ੍ਹਾਂ ਇਹ ਅਸ਼ਟੋ ਬਸ ਇਹ ਦੇਵਤਿਆਂ ਦੇ ਨਾਮ ਆ। ਇਹ 8 ਪ੍ਰਕਾਰ ਦੇ ਜਿਹੜੇ ਦੇਵਤੇ ਆ ਨਾ, 8 ਵਸੂ, ਇਹ ਵੀ ਕਹਿੰਦੇ ਪਹੁੰਚ ਗਏ ਹਨ। ਇਹ ਪਾਵਕ, ਮਘਵਾ, ਇਸੇ ਤਰ੍ਹਾਂ ਇਹ ਅਗਨੀ ਦੇਵਤਾ, ਇੰਦਰ ਦੇਵਤਾ, ਤੇ ਵਰਨ ਦੇਵਤਾ, ਤੇ ਕੁਬੇਰ ਦੇਵਤਾ, ਧਨ ਦਾ ਦੇਵਤਾ ਜਿਹੜਾ, ਇਹ ਸਾਰੇ ਪਹੁੰਚੇ। ਤੇ 11 ਸ਼ਿਵ ਜਿਹੜੇ ਆ ਉਹ ਵੀ ਪਹੁੰਚ ਗਏ। ਇਸੇ ਤਰ੍ਹਾਂ ਪੌਣ ਦੇਵਤਾ ਉਹ ਵੀ ਕਹਿੰਦੇ ਆਪਣਾ ਰੂਪ ਧਾਰ ਕੇ ਉੱਥੇ ਆਕਾਸ਼ ਵਿੱਚ ਆਇਆ ਹੈ। ਇਸੇ ਤਰ੍ਹਾਂ ਅਸਨੀ ਕੁਮਾਰ ਇਹ ਦੇਵਤਿਆਂ ਦੀਆਂ ਕਿਸਮਾਂ ਵਾ, ਤੇ ਵਿਸਵੇ ਦੇਵਾ ਇਹ ਵੀ ਹੋਰ ਜਿਹੜੇ ਦੇਵਤੇ ਹਨ ਇਹ ਵੀ ਸਾਰੇ ਆਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਨਮਾਨ ਕਰਦਿਆਂ ਹੋਇਆਂ ਗੁਰੂ ਕੇ ਸਨਮਾਨ ਵਿੱਚ ਸਾਰੇ ਪਹੁੰਚ ਗਏ। ਤੇ ਕਮਲ ਤੇ ਆਸਨ ਕੌਣ ਲਾਉਂਦਾ ਭਲਾ? ਬ੍ਰਹਮਾ। ਉਹ ਕਮਲ ਆਸਨ, ਕਮਲ ਤੇ ਆਸਨ ਲਾਉਣ ਵਾਲਾ ਬ੍ਰਹਮਾ ਜੀ ਵੀ ਆ ਗਏ। ਇਸੇ ਤਰ੍ਹਾਂ ਕਹਿੰਦੇ ਨਾਰਦ ਬ੍ਰਹਮਾ ਦਾ ਪੁੱਤਰ ਆ, ਨਾਰਦ ਵੀ ਆ ਗਿਆ। ਆਦਿਕ ਹੋਰ ਦੇਵਤੇ ਵੀ ਆ ਗਏ। ਤੇ ਗੋਰਖ ਤੋਂ ਆਦਿਕ ਜਿਹੜੇ ਸਿੱਧ ਹਨ ਇਹ ਵੀ ਪਹੁੰਚ ਗਏ। ਸਾਰੇ ਅਹਿਲਾਦ ਕਹਿੰਦੇ ਖੁਸ਼ੀ ਦੇ ਨਾਲ ਪਹੁੰਚ ਗਏ। ਸਾਰਿਆਂ ਨੇ ਆ ਕੇ ਆਕਾਸ਼ ਦੇ ਵਿੱਚ ਟਿਕਾ ਥਿਰਤਾ ਧਾਰਨ ਕੀਤੀ, ਆਕਾਸ਼ ਵਿੱਚ ਆ ਕੇ ਖਲੋ ਗਏ। ਇਹ ਸਾਰੇ ਬਚਨ ਸਾਧ ਸੰਗਤ ਜੀ ਜੇ ਆਪਾਂ ਭਾਵਨਾ ਨਾਲ ਗੁਰੂ ਕੀ ਬਾਣੀ ਪੜ੍ਹੀਏ ਤੇ ਗੁਰਬਾਣੀ ਵਿੱਚੋਂ ਸਾਰੇ ਉੱਤਰ ਮਿਲਦੇ। ਕਿਉਂਕਿ ਇੱਥੇ ਮਨ ਵਿੱਚ ਖਿਆਲ ਆਊਗਾ ਵੀ ਇਸ ਤਰ੍ਹਾਂ ਦੇਵਤੇ ਆ ਜਾਂਦੇ ਆ, ਦੇਵਰੂਹਾਂ ਆ ਜਾਂਦੀਆਂ, ਜਾਂ ਸਿੱਧ ਪੀਰ ਇਹ ਆ ਜਾਂਦੇ ਹਨ ਇਸ ਤਰੀਕੇ ਦੇ ਨਾਲ। ਤਾਂ ਮਹਾਰਾਜ ਸਾਹਿਬ ਜੀ ਨੇ ਭੱਟਾਂ ਦੇ ਸਵਈਆਂ ਵਿੱਚ ਵੀ ਜ਼ਿਕਰ ਕੀਤਾ। ਜਦੋਂ ਚੌਥੇ ਪਾਤਸ਼ਾਹ ਨੇ 5ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਆਪ ਸ੍ਰੀ ਗੋਇੰਦਵਾਲ ਸਾਹਿਬ ਸੱਚਖੰਡ ਪਿਆਨਾ ਕੀਤਾ ਸੀ ਨਾ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਹਦਾ ਜ਼ਿਕਰ ਕੀਤਾ। ਜਦੋਂ ਸੱਚਖੰਡ ਜਾ ਰਹੇ ਆ ਤੇ ਮਹਾਰਾਜ ਸਾਹਿਬ ਜੀ ਦੇਵਤਿਆਂ ਦੀਆਂ ਪੁਰੀਆਂ ਥਾਣੀ ਲੰਘ ਕੇ ਗਏ, ਤੇ ਦੇਵਤਿਆਂ ਨੇ ਫਿਰ ਉਸ ਵੇਲੇ ਨਮਸਕਾਰਾਂ ਵੀ ਕੀਤੀਆਂ। ਇੰਦਰ ਦੇਵਤੇ ਨੇ ਆਪਣਾ ਸਿੰਘਾਸਨ ਛੱਡ ਕੇ ਪਾਸੇ ਮਹਾਰਾਜ ਨੂੰ ਆਖਿਆ, ਮਹਾਰਾਜ ਤੁਸੀਂ ਬੈਠ ਜਾਓ ਜੀ ਇੱਥੇ। ਸਤਿਗੁਰੂ ਕੋਈ ਸਮਾਂ ਬੈਠ ਕੇ ਫਿਰ ਅੱਗੇ ਗਏ ਆ ਸੱਚਖੰਡ ਦੇ ਵਿੱਚ। ਤਾਂ ਉਹ ਸਾਰਾ ਹੀ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਭੱਟਾਂ ਦੇ ਸਵਈਆਂ ਜ਼ਿਕਰ ਆਉਂਦਾ। ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ, ਹਰ ਸਿੰਘਾਸਣ ਦੀਓ ਸ੍ਰੀ ਗੁਰ ਤਹਿ ਬੈਠਾਇਓ। ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪ ਹੈ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪ ਹੈ। ਕਾਟੇ ਸੋ ਪਾਪ ਤਿਨ ਨਰ ਹੋ ਕੇ ਗੁਰ ਰਾਮਦਾਸ ਜਿਨ ਪਾਇਓ। ਸ਼ਤਰ ਸਿੰਘਾਸਣ ਪਿਰਥਮੀ ਗੁਰ ਅਰਜੁਨ ਕਉ ਦੇ ਆਇਓ। ਉੱਥੇ ਜ਼ਿਕਰ ਆਇਆ। ਫਿਰ ਇਸੇ ਤਰ੍ਹਾਂ ਜਦੋਂ 9ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਆ 1675 ਈਸਵੀ 1732 ਬਿਕਰਮੀ ਸੰਮਤ ਨੂੰ, ਸੰਮਤ 1732 11 ਮੱਘਰ ਸੁਦੀ ਪੰਚਵੀਂ ਵੀਰਵਾਰ ਵਾਲੇ ਦਿਨ ਹੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ। ਤਾਂ ਉਸ ਮੌਕੇ ਦਾ ਜ਼ਿਕਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਆਪਣੀ ਬਾਣੀ 'ਚ ਕੀਤਾ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ। ਜਗਤ ਵਿੱਚ ਤਾਂ ਸੋਕ ਹੋਇਆ, ਹੈ ਸਭ ਜਗ ਭਇਓ। ਪਰ ਅਗਲੇ ਪਾਸੇ ਸੁਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਜੈ 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 ਸੁਰਲੋਕ। ਜਗ ਦੇ ਵਿੱਚ ਹਾਹਾਕਾਰ ਸ਼ੋਕ ਹੋਇਆ ਵਾ, ਤੇ ਸੁਰਲੋਕ ਦੇ ਵਿੱਚ ਦੇਵਤਿਆਂ ਨੇ ਜੈ ਜੈਕਾਰਾਂ ਕੀਤੀਆਂ। ਇਸ ਕਰਕੇ ਇਹ ਸਾਰੇ ਹੀ ਦੇਵਤੇ ਜਿਹੜੇ ਹਨ ਉਸ ਮੌਕੇ 'ਤੇ ਪਹੁੰਚ ਗਏ। ਉਹਨਾਂ ਨੇ ਆਕਾਸ਼ ਵਿੱਚ ਆ ਕਰਕੇ ਥਿਰਤਾ ਧਾਰੀ ਹੈ, ਟਿਕਣਾ ਕੀਤਾ ਹੈ। ਹੋਰ ਵੀ ਕਹਿੰਦੇ ਵੀ ਭਾਰੀ ਅਜਮਤਾਂ ਵਾਲੇ ਸ਼ਕਤੀਆਂ ਵਾਲੇ ਲੋਕ ਆ ਗਏ। ਉਹ ਕਿਹੜੇ ਕਿਹੜੇ? ਕਹਿੰਦੇ ਸਿੱਧ ਪੀਰ ਜਿਹੜੇ ਦੂਰ ਜਾਂ ਨੇੜੇ ਰਹਿਣ ਵਾਲੇ ਸੀ ਨਾ, ਉਹ ਆ ਗਏ ਉੱਥੇ ਸ੍ਰੀ ਨੰਦੇੜ ਸਾਹਿਬ ਦੀ ਧਰਤੀ ਤੇ। ਫਿਰ ਆਕਾਸ਼ੀ ਗਵਈਏ ਵੀ ਆਏ, ਦੇਵਤਿਆਂ ਦੇ ਸਾਜੀ, ਦੇਵਤਿਆਂ ਦੇ ਰਾਗੀ, ਉਹ ਵੀ ਸਾਰੇ ਆ ਗਏ। ਵਿਦਿਆ ਧਰ ਇਹ ਦੇਵਤਿਆਂ ਦੇ ਇੱਕ ਪ੍ਰਕਾਰ ਦੇ ਦੇਵਤੇ ਹਨ। ਦੇਵਤਿਆਂ ਦੇ ਇਸੇ ਪ੍ਰਕਾਰ ਜਿਹੜੇ ਗੰਧਰਵ ਕਹੀਏ ਉਹਨਾਂ ਦੇ ਰਾਗੀ ਹਨ, ਉਹਨਾਂ ਨੂੰ ਗੰਧਰਵ ਕਿਹਾ ਜਾਂਦਾ।
ਤੇ ਹੋਰ ਵੱਖ-ਵੱਖ ਤਰ੍ਹਾਂ ਦੀ ਵਿਦਿਆ ਧਾਰਨ ਕਰਨ ਵਾਲੇ ਦੇਵਤੇ ਉਹ ਵੀ ਆ ਗਏ। ਕਿੰਨਰ ਜਸ ਅਪਸਰਾ ਆਈ। ਤੇ ਕਿੰਨਰ ਜਿਹੜੇ ਸਾਜੀ ਹਨ ਦੇਵਤਿਆਂ ਦੇ ਉਹ ਵੀ ਪਹੁੰਚ ਗਏ। ਜਸ਼ ਇਹ ਕੁਬੇਰ ਦੇਵਤੇ ਦੀ ਫੌਜ ਦਾ ਨਾਮ ਹੈ, ਉਹ ਵੀ ਪਹੁੰਚ ਗਈ ਫੌਜ ਸਾਰੀ। ਅਪਸਰਾਂ ਵੀ ਆ ਗਈਆਂ। ਕਿੰਨਰ ਵੀ ਦੇਵਤਿਆਂ ਦੇ ਰਾਗੀ, ਗਵਈਏ ਤੇ ਨਾਚ ਕਰਨ ਵਾਲੇ ਹਨ। ਇਸੇ ਤਰ੍ਹਾਂ ਅਪਸਰਾਂ ਵੀ ਇਹ ਦੇਵਤਿਆਂ ਦਾ ਸਭਾ ਦੇ ਵਿੱਚ ਜਸ ਗਾਉਣ ਵਾਲੀਆਂ ਉਹ ਵੀ ਆ ਗਈਆਂ। ਤੇਰੇ ਸੁਰਗਤ ਮੈਂ ਕਰਤ ਵਧਾਈ। ਸਾਰੇ ਕਹਿੰਦੇ ਵੀ ਦੇਵਤਿਆਂ ਦੇ ਸਮੂਹ ਦੇ ਵਿੱਚ ਅਪਸਰਾਂ ਆਦਿਕ ਤੇ ਇਹ ਗੰਧਰਵ ਆਦਿਕ ਆ ਕਰਕੇ ਤੇ ਵਧਾਈਆਂ ਦੇ ਰਹੇ ਆ। ਵਧਾਈਆਂ ਇਸ ਕਰਕੇ ਦੇ ਰਹੇ ਆ ਵੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਹੁਣ ਇਸ ਮਾਰਗ ਥਾਣੀ ਉਹਨਾਂ ਨੇ ਜਾਣਾ ਵਾ ਤੇ ਆਪਾਂ ਨੂੰ ਦਰਸ਼ਨ ਪ੍ਰਾਪਤ ਹੋਣੇ ਆ। ਆਪਾਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹਨ। ਕਹਿੰਦੇ ਆਕਾਸ਼ ਦੇ ਵਿੱਚ ਬਹੁਤਾ ਉਤਸਵ ਦੇਵਤਿਆਂ ਨੇ ਧਾਰਿਆ ਹੋਇਆ ਹੈ। ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਗੁਰਦੇਵ ਸਤਿਗੁਰੂ ਜੀ ਦੀ ਜੈ ਜੈਕਾਰ ਦੇਵਤੇ ਉਚਾਰ ਰਹੇ ਆ। ਦੇਵਤੇ ਜਸ ਗਾ ਰਹੇ ਆ, ਮਹਾਰਾਜ ਸਾਹਿਬ ਜੀ ਦੇ ਨਾਮ ਦੇ ਜਕਾਰੇ ਬੁਲਾ ਰਹੇ ਹਨ। ਇਸੇ ਤਰ੍ਹਾਂ ਕਹਿੰਦੇ ਵੀ ਵੇਦਾਂ ਦੇ ਚਾਰੇ ਰੂਪ ਤੋਂ ਭਾਵ ਜਿਹੜੇ ਵੇਦਾਂ ਦੇ ਰਿਸ਼ੀ ਆ, ਵੇਦਾਂ ਨੂੰ ਰਚਣ ਵਾਲੇ, ਉਹ ਵੀ ਰੂਪ ਧਾਰਨ ਕਰਕੇ ਇੱਥੇ ਆ ਗਏ ਹਨ। ਜਿਵੇਂ ਕਹਿੰਦੇ ਸ੍ਰੀ ਕ੍ਰਿਸ਼ਨ ਜੀ ਨੇ ਜਦੋਂ ਪਰਲੋਕ ਗਮਨ ਕਰਨਾ ਸੀ ਉਹਨਾਂ ਦੇ ਪਾਸ ਵੀ ਇਸ ਪ੍ਰਕਾਰ ਆਏ ਸਨ। ਦੇਵਤਿਆਂ ਦਾ ਗੁਰੂ ਜੋ ਸ਼ੁਕਰ ਹੈ ਉਹ ਵੀ ਆ ਗਏ ਤੇ ਗਣੇਸ਼ ਵੀ, ਸਪਤ ਰਿਖੀ, ਹੋਰ 6 ਰਿਖੀ ਵੀ ਕਹਿੰਦੇ ਆਏ। ਉਹ ਆਕਾਸ਼ ਵਿੱਚ ਆ ਕੇ ਖਲੋਤੇ ਆ। ਕਿਉਂ ਆਏ ਆ? ਕਹਿੰਦੇ ਗੁਰੂ ਸਾਹਿਬ ਤੇ ਗੁਰੂ ਕੇ ਸਿੱਖਾਂ ਦੇ ਦਰਸ਼ਨ ਕਰਨ ਵਾਸਤੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਗੁਰੂ ਕੇ ਖਾਲਸੇ ਦੇ ਦਰਸ਼ਨ ਕਰਨ ਵਾਸਤੇ ਇਹ ਸਾਰੇ ਦੇਵਤੇ ਆ ਗਏ। ਕੁਛ ਕਹਿੰਦੇ ਕੁਲਾਹਲ ਹੋ ਰਿਹਾ। ਕੁਲਾਹਲ ਕਹਿੰਦੇ ਆ ਖੁਸ਼ੀ ਦੇ ਰੌਲੇ ਨੂੰ। ਜਿੱਥੇ ਖੁਸ਼ੀ ਹੋਵੇ, ਇਕੱਠ ਹੋਵੇ, ਭੀੜ ਹੋਵੇ, ਉਹਦੇ ਵਿੱਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਉਹਨੂੰ ਕੁਲਾਹਲ ਆਖਿਆ। ਇਹ ਆਕਾਸ਼ ਵਿੱਚ ਦੇਵਤਿਆਂ ਨੂੰ ਖੁਸ਼ੀ ਹੋ ਰਹੀ ਹੈ, ਉਹਨਾਂ ਨੂੰ ਪ੍ਰਸੰਨਤਾ ਹੋ ਰਹੀ ਹੈ ਵੀ ਮਹਾਰਾਜ ਸਾਡੇ ਇਲਾਕੇ ਵਿੱਚ ਆ ਰਹੇ, ਹੁਣ ਸਾਡੇ ਦੇਸ਼ ਵਿੱਚ ਆ ਰਹੇ। ਇਧਰਲੇ ਪਾਸੇ ਸਿੱਖਾਂ ਨੂੰ ਗਾਮ ਹੋ ਰਿਹਾ ਵੀ ਮਹਾਰਾਜ ਜਾ ਰਹੇ ਹਨ ਸੱਚਖੰਡ ਨੂੰ, ਤੇ ਜਿਹੜੇ ਰਸਤੇ ਸਾਣੀ ਲੰਘਣਾ ਵਾ ਤੇ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਵੀ ਸਤਿਗੁਰੂ ਸਾਡੇ ਕੋਲੇ ਆ ਰਹੇ। ਜਿਵੇਂ ਮਹਾਰਾਜ ਦਸਮ ਪਾਤਸ਼ਾਹ ਨੇ ਬਚਨ ਕਿਹਾ ਵਾ ਵੀ ਸੰਸਾਰ ਵਿੱਚ ਹੈ ਸਭ ਜਗ ਭਇਓ ਜੈ 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 ਸੁਰ ਲੋਕ। ਉੱਥੇ ਉਸ ਜੈ ਜੈਕਾਰ ਕਰ ਰਹੇ ਆ। ਕਹਿੰਦੇ ਖੁਸ਼ੀ ਦੇ ਸਹਿਤ ਇਸ ਤਰ੍ਹਾਂ ਕੁਲਾਹਲ ਮੱਚਿਆ ਹੋਇਆ ਤੇ ਪ੍ਰਕਾਸ਼ ਵੀ ਹੈ ਆਕਾਸ਼ ਦੇ ਵਿੱਚ। ਜਿਹੜੇ ਉਸ ਮੌਕੇ ਤੇ ਅੱਧੀ ਰਾਤ ਮੌਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਬੈਠੇ ਨਾ, ਉਹਨਾਂ ਨੇ ਆਕਾਸ਼ ਵਿੱਚ ਅਨੋਖੇ ਤਰ੍ਹਾਂ ਦਾ ਪ੍ਰਕਾਸ਼ ਵੀ ਵੇਖਿਆ। ਕਿਉਂਕਿ ਦੇਵਤੇ ਬਵਾਨ ਲੈ ਕੇ ਆਏ ਹੋਏ ਆ, ਸਵਾਰੀਆਂ ਲੈ ਕੇ ਆਏ ਹੋਏ, ਤੇ ਸਭ ਦੀ ਭਾਵਨਾ ਕੀ ਤਾਂ ਮਹਾਰਾਜ ਸਾਡੇ ਹੀ ਨਾ ਸਵਾਰੀ ਤੇ ਅਸਵਾਰ ਹੋ ਜਾਣ, ਵੀ ਮਹਾਰਾਜ ਸਾਹਿਬ ਜੀ ਸਾਡੇ ਵਿਮਾਨ ਦੇ ਉੱਤੇ ਹੀ ਚਰਨ ਪਾਉਣ ਤੇ ਸਾਨੂੰ ਲਿਜਾਣ ਦੀ ਸੇਵਾ ਮਿਲ ਜਾਵੇ। ਇਸ ਕਰਕੇ ਜਿਹੜੇ ਮਹਾਰਾਜ ਦੇ ਪਾਸ ਸਿੱਖ ਉਸ ਮੌਕੇ ਤੇ ਬੈਠੇ, ਉਹਨਾਂ ਨੇ ਉਹ ਪ੍ਰਕਾਸ਼ ਵੀ ਵੇਖਿਆ ਆਕਾਸ਼ ਦੇ ਵਿੱਚ, ਤੇ ਜਿਹੜਾ ਖੁਸ਼ੀ ਦਾ ਦੇਵਤਿਆਂ ਵੱਲੋਂ ਕੁਲਾਹਲ ਮੱਚਿਆ ਹੋਇਆ ਉਹ ਵੀ ਸੁਣਿਆ ਹੈ। ਇੰਨੇ ਚਿਰ ਨੂੰ ਕਹਿੰਦੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ। ਸ੍ਰੀ ਜਪਜੀ ਸਾਹਿਬ ਦਾ ਸੰਪੂਰਨ ਪਾਠ ਮਹਾਰਾਜ ਸਾਹਿਬ ਜੀ ਨੇ ਕੀਤਾ ਹੈ ਆਪਣੇ ਆਸਣ ਤੇ। ਤੇ ਫਿਰ 5 ਦੋਹਰੇ ਮਹਾਰਾਜ ਸਾਹਿਬ ਨੇ ਆਪਣੀ ਰਸਨਾ ਤੋਂ ਆਪਣੀ ਬਾਣੀ ਦੇ ਉਚਾਰਨ ਕੀਤੇ। ਉਹਨਾਂ ਹੀ ਦੋਹਰਿਆਂ ਦੇ ਵਿੱਚੋਂ ਇੱਕ ਇਹ ਦੋਹਰਾ ਹੈ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਵੀ ਹਰੀ ਤੇ ਹਰੀ ਦੇ ਜਨ ਦੇ ਵਿੱਚ ਕੋਈ ਫਰਕ ਹੀ ਨਹੀਂ ਹੈ, ਦੂਸਰੀ ਵਿਚਾਰ ਹੀ ਕੋਈ ਨਹੀਂ ਹੈ। ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਚੋਂ ਹੀ ਪੈਦਾ ਹੁੰਦੀਆਂ ਤੇ ਪਾਣੀ 'ਚ ਸਮਾ ਜਾਂਦੀਆਂ। ਇਹ ਮਹਾਰਾਜ ਸਾਹਿਬ ਜੀ ਦੇ ਬਚਨ, ਜੋ ਨਿਜ ਪ੍ਰਭ ਮੋਹ ਸੋ ਕਹਾ ਸੋ ਕਹਿ ਹਉ ਜਗ ਮਾਹੇ, ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ।
जब आए इस प्रभ को भयो जन्म धरा जग आए। अब मैं कथा संक्षेप ते सबहूँ कहत सुनाए। कब बाच दोहरा ठाठ भयो मैं जोर कर बचन कहा सिर न्याय। पंथ चले तब जगत में जब तुम करो सहाय। जे जे तुमरे ध्यान को नित उठ ध्याय हैं संत। अंत लहेंगे मुक्त फल पावेंगे भगवंत। इत्यादि ये दोहरे अपनी रसना दे महाराज ने उचार करके खालसे नूं उस वेले सरवण करवाए। इस प्रकार दा जिन्हां दे विच आशा है भी हरि ते हरि दे जन दोवें इक्को ही हन। फिर महाराज साहब जी ने अरदास की है जपजी साहब का संपूर्ण पाठ करके ना ते खड़े हो करके खालसे दे विच अरदास की। आप अरदास की धन श्री गुरु गोबिंद सिंह महाराज। अद्धी रात का समा है, अद्धी रात तो उपर जा रहा, हुण अमृत वेला हो चुका ते सतगुरु गरीब नवाज साहब जी ने अरदास की आ प्रथम भगवती सिमरन करिए। ये अरदास की जिथों आरंभता होंदी है एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुर नानक लई ते आए। फिर अंगद गुर ते अमरदास रामदासै होई सहाय। अर्जन हर गोबिंद नो सिमरो श्री हर राय। श्री हर कृष्ण ध्याईऐ जिस डिठै सब दुख जाए। तेग बहादुर सिमरिया घर नौ निध आवे धाए। सब थाई होए सहाय। इथों तक महाराज साहब जी ने ये अरदास की। प्रथम भगवती सब तो पहला भगवती नाम साध संगत जी परमेश्वर का है, अकाल पुरख वाहिगुरु का नाम है। भगवती पद के कई अर्थ हैं। भगवती का अर्थ श्री साहब भी है। भगवती का अर्थ सब तो पहला अर्थ है भगवती का परमेश्वर। फिर भगवती का अर्थ है श्री साहब कृपान। फिर भगवती का अर्थ है देवी। फिर इस तरह भगवती का अर्थ सेवक भी है, सेवक दास भी। तो भगवती एक पंथ भी एक फिरका भी चलता संसार दे विच, उन्हां नूं रासधारीए भी कह देंदे आ ते इस तरह भगतीए भी कह देंदे, भगवतीए भी कह देंदे। उन्हां वो फिरका चलदा घुंघरू जे बन के नचदे टपदे। तो इस तरह भगवती दे कई अर्थ हैं ते भगवती का अर्थ परमेश्वर भी है। इत्थे जो महाराज साहब ने उचारिया ना प्रथम भगवती सिमर कै। सब तो पहला असीं अकाल पुरख वाहिगुरू जी नूं सिमरदे। गुर नानक लई ते आए ते फिर उन्हां दा ही स्वरूप श्री गुरु नानक देव साहब महाराज नूं ध्याउंदे हां। सतगुरु जी का ध्यान धरदे हां। श्री गुरु नानक साहब जी नूं ध्या करके सतगुरां नूं संभालीए हिरदे विच, भाव हिरदे विच महाराज नूं चेते करदे हां। कहंदे ये पौड़ी जो अपनी उचारण कीती होई है अरदास दी पौड़ी, ये भगवती की वार की पहली पौड़ी है तो गुरु साहब की अपनी उचारण की हुई है अरदास। जो सारे गुरु घरां विच अरदास इत्थों ही आरंभ होंदी है। ये भगवती की वार की पहली पौड़ी है। जिस भगवती की वार नूं आम गुरु का खालसा चंडी की वार भी कह देंदे हैं, चंडी की वार। तो सतगुरु साहब जी ने यह पहली पौड़ी सारी अपनी रसना तो ये पढ़ करके खड़े होकर अरदास की है। हाँ जी, खड़े हो करके महाराज साहब जी ने अरदास की है। ये अरदास की पहली पौड़ी उचारण करके उस वेले हथ दे विच महाराज साहब जी दे कमान भी आ ते गुरु साहब जी दे हथ विच छोटी श्री साहब भी आ। श्री साहब छोटी वो भी हथ विच पढ़ के अरदास की महाराज साहब जी ने। ते सारी अरदास हुण ज्योति जोत समाउण दी सचखंड प्याना करन दी आप गुरु कलगीधर पातशाही ने की। हे अकाल पुरख वाहिगुरू जी, जो आप जी ने आग्या की सी खालसा पंथ साजण वास्ते, गुरबाणी का प्रचार प्रसार संसार विच करन वास्ते, वो कारज तुसीं आप करवा लिया है। तो हुण आप जी की जिवें आग्या है, आप जी का भाणा है। महाराज साहब मौज दे मालिक के सारी अरदास की सतगुरु जी तो इस तरह अरदास संपूर्ण की है। फिर मखमली कमर कस्से दे नाल महाराज ने कमर कस्सा है कस लिया, तैयार बर तैयार हो गए। सतगुरु साहब जी ने अपना कमर कस्सा हुण चलाने का
ਅਕਾਲ ਚਲਾਣਾ ਕਰ ਰਹੇ, ਸੱਚਖੰਡ ਜਾ ਰਹੇ ਮਹਾਰਾਜ ਸਾਹਿਬ। ਕਮਰ ਕੱਸਾ ਕੱਸਿਆ, ਜਿਹੜਾ ਇੱਥੇ ਆਇਆ ਨਾ, ਮਹਾਰਾਜ ਸਾਹਿਬ ਜੀ ਨੇ ਆਪਣੀ ਕਰ ਕਮਲਾਂ ਵਿੱਚ ਸ੍ਰੀ ਸਾਹਿਬ ਲੈ ਕੇ ਅਰਦਾਸ ਕੀਤੀ। ਇਸੇ ਕਰਕੇ ਅੱਜ ਜਦੋਂ ਵੀ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਅਰਦਾਸੀਆ ਸਿੰਘ ਅਰਦਾਸ ਕਰਦਾ, ਇਹਦੇ ਹੱਥ ਵਿੱਚ ਸ੍ਰੀ ਸਾਹਿਬ ਹੁੰਦੀ ਹੈ। ਮਰਿਆਦਾ ਇਹੀ ਹੈ ਜਿਹੜੀ ਇੱਥੇ ਜ਼ਿਕਰ ਆਇਆ। ਇੱਥੋਂ ਪੜ੍ਹ ਕਰਕੇ ਉਹ ਮਰਿਆਦਾ ਜਿਹੜੀ ਅੱਜ ਤੀਕ ਕਾਇਮ ਹੈ ਸੱਚਖੰਡ ਸਾਹਿਬ। ਸ੍ਰੀ ਸਾਹਿਬ ਹੱਥ ਵਿੱਚ ਲੈ ਕਰਕੇ ਤੇ ਫਿਰ ਅਰਦਾਸ ਕੀਤੀ ਜਾਂਦੀ। ਮਹਾਰਾਜ ਸਾਹਿਬ ਜੀ ਨੇ ਆਪ ਅਰਦਾਸ ਕੀਤੀ ਇਸ ਤਰੀਕੇ ਨਾਲ। ਇਹ ਮਰਿਆਦਾ ਆਪ ਖਾਲਸੇ ਨੂੰ ਦਿੱਤੀ। ਫਿਰ ਕਮਰ ਕੱਸਾ ਕੱਸ ਲਿਆ ਹੈ। ਆਪਣੇ ਮੋਢੇ ਤੇ ਮਹਾਰਾਜ ਨੇ ਧਨੁਖ ਟਕਾ ਲਿਆ, ਕਮਾਨ ਪਾ ਲਿਆ ਮੋਢੇ ਉੱਤੇ। ਜਿਹੜੀ ਛੋਟੀ ਸ੍ਰੀ ਸਾਹਿਬ ਹੈ ਨਾ, ਉਹ ਆਪਣੇ ਦਮਾਲੇ ਵਿੱਚ ਉੱਤੇ ਮਹਾਰਾਜ ਨੇ ਲਾ ਲਈ। ਦਮਾਲੇ ਦੇ ਵਿੱਚ ਸਤਿਗੁਰੂ ਹਮੇਸ਼ਾ ਦਮਾਲੇ 'ਚ ਸ਼ਸਤਰ ਸਜਾਇਆ ਕਰਦੇ ਸਨ, ਚੱਕਰ ਵੀ ਸਜਾਇਆ ਕਰਦੇ ਦਮਾਲੇ 'ਤੇ। ਅੱਜ ਵੀ ਸ੍ਰੀ ਪਟਨਾ ਸਾਹਿਬ ਛੋਟੀ ਆਰਬਲਾ ਵਿੱਚ ਵੀ ਜਿਹੜੇ ਸ਼ਸਤਰ ਸਜਾਉਂਦੇ ਸੀ, ਚੱਕਰ ਸਜਾਉਂਦੇ ਸੀ, ਉਹ ਛੋਟਾ ਚੱਕਰ ਵੀ ਉੱਥੇ ਹੈ ਸ੍ਰੀ ਪਟਨਾ ਸਾਹਿਬ ਮਹਾਰਾਜ ਦੇ ਤਖਤ ਸਾਹਿਬ ਵਾਲੇ ਅਸਥਾਨ 'ਤੇ। ਥੱਲੇ ਕੇਸਕੀ ਦੇ ਵਿੱਚ ਜਦੋਂ ਕੇਸਕੀ ਕਰਨ ਲੱਗਿਆ, ਛੋਟਾ ਜੀ ਚੱਕਰੀ ਸਜਾਇਆ ਕਰਦੇ ਸੀ ਨਾ ਮਹਾਰਾਜ ਸਾਹਿਬ, ਜੂੜੇ ਦੇ ਨਾਲ, ਕੇਸਾਂ ਦੇ ਨਾਲ ਛੋਟੀ ਦਸਤਾਰ ਕੇਸਕੀ ਕਰਦਿਆਂ, ਉਹ ਚੱਕਰੀ ਵੀ ਅੱਜ ਤਖਤ ਸਾਹਿਬ 'ਤੇ ਸੋਭਨੀਕ ਵਾ। ਤੇ ਫਿਰ ਦਮਾਲਾ ਸਜਾ ਕੇ ਉੱਤੇ ਚੱਕਰ ਸਜਾਇਆ ਕਰਦੇ ਸੀ, ਉਹ ਚੱਕਰ ਵੀ ਸੋਭਨੀਕ ਆ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਤਖਤ ਸਾਹਿਬ 'ਤੇ ਵੀ, ਤਖਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਵੀ ਇੱਕ ਸੁਨਹਿਰੀ ਚੱਕਰ ਮਹਾਰਾਜ ਦਾ ਸੋਭਨੀਕ ਆ। ਸੁਨਹਿਰੀ ਚੱਕਰ ਕਿਸੇ ਸਿੱਖ ਨੇ ਬੜੇ ਪਿਆਰ ਦੇ ਨਾਲ ਜਪਜੀ ਸਾਹਿਬ ਦੀਆਂ 22 ਪੌੜੀਆਂ ਉਹਦੇ 'ਤੇ ਲਿਖ ਕੇ ਨਾ ਚੱਕਰ ਦੇ ਉੱਤੇ ਦੋਹਾਂ ਪਾਸੇ ਤੇ ਮਹਾਰਾਜ ਨੂੰ ਭੇਟ ਕੀਤਾ ਸੀ। ਤਖਤ ਸਾਹਿਬ 'ਤੇ ਆਪਾਂ ਜਦੋਂ ਕਿਤੇ ਜਾਣ ਦਾ ਮੌਕਾ ਮਿਲਦਾ, ਸ਼ਾਮ ਮੌਕੇ ਜਿਸ ਵੇਲੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ, ਉਸ ਵੇਲੇ ਦਰਸ਼ਨ ਕਰਨੇ। 22 ਪੌੜੀਆਂ ਲਿਖੀਆਂ ਹੋਈਆਂ ਜਪਜੀ ਸਾਹਿਬ ਜੀ ਦੀਆਂ ਉਸ ਚੱਕਰ ਦੇ ਉੱਤੇ। ਸੁਨਹਿਰੀ ਚੱਕਰ ਆ ਜਿਹੜਾ ਦਸ਼ਮੇਸ਼ ਪਿਤਾ ਜੀ ਆਪਣੇ ਸੀਸ 'ਤੇ ਸਜਾਇਆ ਕਰਦੇ ਸੀ। ਤਾਂ ਇੱਥੇ ਮਹਾਰਾਜ ਸਾਹਿਬ ਨੇ ਹੁਣ ਕਮਰ ਕੱਸੇ ਤੋਂ ਬਾਅਦ ਉਹ ਛੋਟੀ ਜੋ ਸ੍ਰੀ ਸਾਹਿਬ ਉਹ ਦਮਾਲੇ ਦੇ ਵਿੱਚ ਦਸਤਾਰ ਵਿੱਚ ਲਾ ਲਈ ਹੈ। ਹੱਥ ਵਿੱਚ ਬੰਦੂਕ ਵੀ ਫੜ ਲਈ ਆ। ਧੰਨ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕਿੰਨੇ ਸ਼ਸਤਰਾਂ ਦਾ ਜ਼ਿਕਰ ਪਿੱਛੇ ਆਇਆ ਸਾਧ ਸੰਗਤ ਜੀ, ਆਪਾਂ ਕੱਲ੍ਹ ਦੇ ਪ੍ਰਸੰਗ ਵਿੱਚ ਪੜ੍ਹਿਆ ਸੀ। ਕਿੰਨੇ ਸ਼ਸਤਰ ਮਹਾਰਾਜ ਨੇ ਕਮਰ ਕੱਸੇ ਵਿੱਚ ਲਾਏ ਹੋਏ ਸਨ। ਹੁਣ ਅੱਜ ਫੇਰ ਦੱਸ ਰਹੇ ਹਨ ਭਾਈ ਸਾਹਿਬ ਜੀ। ਹੱਥ ਵਿੱਚ ਬੰਦੂਕ ਫੜ ਲਈ, ਮੋਢੇ 'ਤੇ ਧਨਕ ਟੰਗਿਆ ਹੋਇਆ, ਤੀਰਾਂ ਦਾ ਭੱਥਾ ਟੰਗਿਆ ਹੋਇਆ ਹੈ। ਕਮਰ ਕੱਸੇ ਦੇ ਵਿੱਚ ਅਨੇਕਾਂ ਸ਼ਸਤਰ ਮਹਾਰਾਜ ਨੇ ਸਜਾਏ ਹੋਏ ਹਨ। ਇਸ ਤਰ੍ਹਾਂ ਕਮਰ ਕੱਸਾ ਸੰਪੂਰਨ ਕਰ ਲਿਆ, ਪੂਰਾ ਕਮਰ ਕੱਸਾ। ਕਮਰ ਕੱਸੇ ਸੰਪੂਰਨ ਤੋਂ ਭਾਵ ਹੈ ਜਿੰਨੇ ਸ਼ਸਤਰ ਮਹਾਰਾਜ ਜੀ ਆਪਣੇ ਸਰੀਰ 'ਤੇ ਸਜਾਇਆ ਕਰਦੇ ਸੀ ਨਾ, ਉਹ ਸਾਰੇ ਸਜਾ ਲਏ। ਪੇਚ ਕਬਜ਼, ਕਟਾਰ, ਖੰਜਰ, ਅਨੇਕਾਂ ਸ਼ਸਤਰ ਉਹ ਕਮਰ ਕੱਸੇ ਵਿੱਚ ਲਾਏ ਹੋਏ ਆ। ਵੱਡੀ ਸ੍ਰੀ ਸਾਹਿਬ ਵੀ ਆ ਗਾਤਰੇ। ਫਿਰ ਇਸੇ ਤਰ੍ਹਾਂ ਬਰਸ਼ੀ ਵੀ ਆ ਪਾਸ ਮਹਾਰਾਜ ਸਾਹਿਬ ਦੇ, ਉਹ ਵੀ ਕਮਰ ਕੱਸੇ 'ਚ ਹੀ ਲਾ ਲਿਆ ਕਰਦੇ ਸੀ। ਇੱਕ ਘਵਾੜਾ ਵੀ ਆ ਕੋਲੇ, ਉਹ ਵੀ ਕਮਰ ਕੱਸੇ ਵਿੱਚ ਰੱਖਿਆ। ਬੰਦੂਕ ਹੱਥ ਵਿੱਚ ਫੜੀ ਆ, ਕਮਾਨ ਮੋਢੇ 'ਤੇ ਪਾਇਆ ਹੋਇਆ। ਕਿੰਨੇ ਸ਼ਸਤਰ ਵਾ ਮਹਾਰਾਜ ਸਾਹਿਬ ਜੀ ਦੇ ਪਾਸ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਤੇ ਆ ਹੁਣ ਨਾ ਕਈ ਸਿੰਘ ਖਵਾਉਣ ਵਾਲੇ ਸ਼ਸਤਰਾਂ ਤੋਂ ਬੜੀ ਨਫ਼ਰਤ ਜੀ ਤੇ ਘਿਰਨਾ ਜੀ ਕਰੀ ਜਾਂਦੇ। ਤੇ ਕਈ ਗੁਰੂ ਘਰ ਵਿੱਚ ਹੀ ਸੇਵਾ ਕਰਨ ਵਾਲੇ ਉਹੀ ਕਹੀ ਜਾਂਦੇ ਆ ਵੀ ਗੁਰੂ ਸਾਹਿਬ ਦੇ ਸਾਹਮਣੇ ਆ ਸ਼ਸਤਰ ਕਾਹਦੇ ਵਾਸਤੇ ਸਜਾਏ ਜੀ। ਵੀ ਦੱਸ ਤੁਹਾਨੂੰ ਪਤਾ ਹੀ ਨਹੀਂ ਹੁਣ ਤੀਕ ਲੱਗਾ, ਇੰਨਾ ਚਿਰ ਹੋ ਗਿਆ ਤੁਹਾਨੂੰ ਗੁਰੂ ਘਰਾਂ 'ਚ ਰਹਿੰਦੇ ਆ। ਵੀ ਮਹਾਰਾਜ ਸਾਹਿਬ ਜੀ ਦੇ ਸ਼ਸਤਰਾਂ ਨਾਲ ਕਿੰਨਾ ਪ੍ਰੇਮ, ਤੇ ਸ਼ਸਤਰਾਂ ਕਰਕੇ ਹੀ ਤੇ ਸਤਿਗੁਰੂ ਗਰੀਬ ਨਵਾਜ ਨੇ ਇਹ ਸਾਰਾ ਰਾਜ ਭਾਗ ਖਾਲਸੇ ਨੂੰ ਬਖਸ਼ਿਆ ਸੀ। ਪਿਛਲੇ ਸਮੇਂ 'ਚ ਵੀ, ਮਿਸਲਾਂ ਦੇ ਸਮੇਂ ਵੀ ਖਾਲਸੇ ਨੇ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਸਮੇਂ ਵੀ ਖਾਲਸੇ ਨੇ ਰਾਜ ਕੀਤਾ। ਇਹ ਸ਼ਸਤਰਾਂ ਦੀ ਸਾਰੀ ਬਰਕਤ ਆ, ਗੁਰੂ ਸਾਹਿਬ ਜੀ ਦੀ ਕਲਾ ਹੈ। ਹੁਣ ਤਾਂ ਸਿੰਘ ਸਾਹਿਬ ਜੀ ਨੇ ਵੀ ਉੱਥੋਂ ਹੁਕਮਨਾਮਾ ਕਰ ਦਿੱਤਾ, ਜਾਰੀ ਬਚਨ ਕਰ ਦਿੱਤਾ ਵੀ ਲਾਇਸੈਂਸੀ ਹਥਿਆਰ ਰੱਖੋ, ਵੀ ਜਿੰਨੇ ਵੀ ਰੱਖ ਸਕਦੇ, ਸ਼ਸਤਰ ਰੱਖੋ ਵਧੀਆ ਤੋਂ ਵਧੀਆ ਆਪਣੇ ਪਾਸ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਉਂਕਿ ਸ਼ਸਤਰਧਾਰੀ ਖਾਲਸਾ ਸਾਜਿਆ, ਤੇ ਸ਼ਸਤਰਧਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਾਰੇ ਸ਼ਸਤਰ ਸਜਾ ਕੇ ਤੇ ਕਮਰ ਕੱਸਾ ਸੰਪੂਰਨ ਕੀਤਾ ਹੈ। ਤੇ 1.5 ਪਹਿਰ ਰਾਤ ਰਹਿ ਗਈ ਹੈ, 1.5 ਪਹਿਰ। ਸੋ 1.5 ਪਹਿਰ ਜਿਸ ਵੇਲੇ ਰਾਤ ਰਹਿੰਦੀ ਵੇਖੀ ਹੈ ਮਹਾਰਾਜ ਸਾਹਿਬ ਜੀ ਨੇ। ਇਸ ਤਰ੍ਹਾਂ ਫਿਰ ਖਾਲਸੇ ਨੂੰ ਮਹਾਰਾਜ ਸਾਹਿਬ ਜੀ ਨੇ 1.5 ਪਹਿਰ ਰਾਤ ਰਹਿੰਦਿਆਂ, ਸਾਧ ਸੰਗਤ ਜੀ 3 ਘੰਟਿਆਂ ਦਾ ਇੱਕ ਪਹਿਰ ਹੈ।
ਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਅੱਧਾ ਪੈਰ ਹੋਰ 1.5 ਘੰਟਾ ਉਹ 4.5 ਘੰਟੇ ਰਹਿੰਦੇ ਆ ਦਿਨ ਚੜ੍ਹਨ ਦੇ ਵਿੱਚ। ਤੋਂ ਇਸ ਮੌਕੇ ਤੇ ਮਹਾਰਾਜ ਸਾਹਿਬ ਜੀ ਨੇ ਇਹ 1.5 ਪੈਰ ਰਾਤ ਰਹਿੰਦਿਆਂ ਫਿਰ ਸੰਪੂਰਨ ਕਮਰ ਕੱਸਾ ਕਰਕੇ ਤੇ ਖਾਲਸੇ ਵੱਲ ਨੂੰ ਚਿਹਰਾ ਕਰਕੇ ਸਾਰੇ ਖਾਲਸੇ ਨੂੰ ਮਹਾਰਾਜ ਨੇ ਗੱਜ ਕੇ ਫਤਿਹ ਬੁਲਾਈ। ਆਖਿਆ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਵਾਹਿਗੁਰੂ ਜੀ का ये रचिया होया खालसा है तो उस वाहिगुरू जी की हमेशा जित है। सतगुरु जी ने सुभाईमान मुख तो उचारण किया। गरीब नवाज साहब है जोत प्रकाशमान हो रही है, जग रही है जोत, चेहरे ते नूर है। महाराज का चेहरा इस तरह साध संगत जी उस वेले प्रकाशमान हो रहा है, चेहरे ते लाली है, चेहरे ते प्रकाश है, जिवें कहंदे भी सूरज नूं वेख करके कमल फुल खिड़िया हुंदा है। इस तरह कमल फुल खिड़े की तरह महाराज का चेहरा प्रफुल्लित है। जां जानो कि सरद रुत का जिवें चंद्रमा हुंदा है। आप सतगुरु जी आनंद दे सहित अते खालसे नूं आनंद दे रहे हन। जो घोड़ियां की सेवा करन वाला सी ना दास, जिहड़ा महाराज दे घोड़ियां की सेवा करन वाला सी, गुरु साहिब दी सवारी दे कई घोड़े सन, उन्हां दी जो देख भाल करन वाला सिंह सी उस नूं पास बुलाया। अपने घोड़ियां दे सेवादार नूं सुभाईमान मुख तो बचन कीता। महाराज कहंदे जिहड़े तबेले विच साडे खास घोड़े आ ना, खास राखी हन जिन्ने भी, ते छेती दे नाल ਸਿੰਘਾ हल्ले दे नाल साडे राखियां दे अंग सुधारो, भाव खरकना दे करके छेती नाल साफ सफाई करके ते जरी दे साथ सो सब पर जीन कहिए काठी जो जरीदार इस तरह बस्तर उत्ते दे करके ते जीन काठी पा दिओ सारे घोड़ियां दे उत्ते। जिन्ना जिन्ना घोड़ियां ते असीं सवारी करते हैं, साडी सवारी वाले जो राखी आ उन्हां सारियां ते काठियां पा दिओ। ते ਸਿੰਘਾ छेती नाल तैयारी करके रखो सारियां घोड़ियां दी। वो महाराज साहब जी दे घोड़ियां दे सेवादार आग्या सुन करके छेती नाल गए। उन्होंने चंगी तरह सवारिया गुरु के राखियां नूं, वो साफ सफाई की है ते उत्ते साध संगत जी बस्तर पा करके काठियां कस दित्तियां ते सोहणे बस्तर भी गहने भी पा दिते घोड़ियां नूं। इसे तरह उन्होंने फिर कवका दे करके लगामा दे करके ते उस थां दे उत्ते फेरना भी किया है। उस जिन्ने महाराज दे सवारी वाले घोड़े सी ना उन्होंने तैयार करके काठियां कस के लगामा पा के ते आप छेती नाल फिर सिंह वापस आ गए इधरले पासे, क्योंकि ध्यान तो इधर सी कि महाराज ने की भाणा वरताउणा, की कौतक करना, हुण सचखंड प्याना करना गुरु साहब जी ने। छेती नाल इधर नूं आ गए जिथे बहुत वड्डी भीड़ लगी हुई सी, जिथे खालसे दी ਸਿੰਘਾਂ दी ते होर लोकां दी कई मतां मतंत्रां दे साधु आए हुए सी, जिथे बहुती भीड़ लगी सी उत्थे ਸਿੰਘ आ गए सेवादार घोड़ियां वाले। कौतक वेख रहा मन हैरान हो रहा है, जल रहे आ बल रहे उस वेले मसालां बहुतियां झार। उन्हां दिनां विच रात नूं प्रकाश करन वाले जिहड़े ये साधन हुंदे सी उन्हां दे नाम मसाला नाल रात नूं प्रकाश कीता जांदा सी। झार फलूस आदਿਕ वो बहुते जग रहे हन। सतगुरु जी सारियां विच खलोते हुए शोभा दे सहित हो रहे हन। भाई साहब संतोख सिंह जी कहते भी मैं की आखां भी किहदे वर्गे आ गुरु गोबिंद सिंह जी उस मौके ते कहते कोई लभदा ही नहीं गा, इस तरह की शोभा अपने वर्गे आप ही आ। ते ऐसी सुंदरता वेख के कहो कौन ना लुभ है, दसो किहड़ा नहीं लुभाएमान होया, सारे ही लुभाएमान होए आ महाराज की सुंदरता के उत्ते। सतगुरु जी के मुख के उत्ते 4 गुणा जोत प्रकाश
ਲਸ ਲਸ ਕਰਦਾ ਹੈ, ਪ੍ਰਕਾਸ਼ਮਾਨ ਚਿਹਰਾ ਹੈ। ਸ਼ਸਤਰ ਸਹਿਤ ਖਰੇ ਕਟ ਸ਼ਸਤਰਾਂ ਦੇ ਸਹਿਤ ਹਨ ਤਿਆਰ ਬੁਰ ਤਿਆਰ ਸਨੱਧਬੱਧ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਕਮਰ ਕੱਸੇ ਦੇ ਨਾਲ ਕਮਰ ਕੱਸੀ ਹੋਈ ਹੈ। ਦਰਸ਼ਨ ਦੀਨਸ ਭਲੀ ਪ੍ਰਕਾਰ ਭਲੀ ਪ੍ਰਕਾਰ ਖਾਲਸੇ ਨਾਲ ਬਚਨ ਵਿਲਾਸ ਕਰ ਰਹੇ ਆ, ਤੇ ਚਿਹਰਾ ਮਹਾਰਾਜ ਸਾਹਿਬ ਜੀ ਦਾ ਜਗਮਗ ਜਗਮਗ ਕਰ ਰਿਹਾ ਹੈ, ਨੂਰ ਪ੍ਰਕਾਸ਼ ਰਿਹਾ ਹੈ। ਸਾਰਿਆਂ ਨਾਲ ਬਚਨ ਵੀ ਕੀਤੇ, ਭਲੀ ਪ੍ਰਕਾਰ ਖਾਲਸੇ ਨੂੰ ਦਰਸ਼ਨ ਦਿੱਤੇ। ਸਭ ਕੋ ਉਪਜੋ ਅਨੰਦ ਉਦਾਰਾ ਸਾਰਿਆਂ ਦੇ ਹਿਰਦੇ ਵਿੱਚ ਬਹੁਤ ਆਨੰਦ ਵੀ ਪੈਦਾ ਹੋਇਆ ਹੈ। ਵਿੱਚ ਕਨਾਤ ਕੇ ਚਤ ਪ੍ਰਵੇਸ਼ਾ ਹੁਣ ਚਾਹੁੰਦੇ ਸਤਿਗੁਰੂ ਜੀ ਵੀ ਕਨਾਤ ਦੇ ਵਿੱਚ ਜਾਇਆ ਜਾਵੇ, ਇਹ ਉਪਦੇਸ਼ ਵਿਸ਼ੇਸ਼ ਅਸ਼ੇਸ਼ ਪਰ ਜਾਣ ਤੋਂ ਪਹਿਲਾਂ ਫਿਰ ਵਿਸ਼ੇਸ਼ ਉਪਦੇਸ਼ ਦਿੱਤਾ, ਸਾਰੇ ਖਾਲਸੇ ਨੂੰ ਧੀਰਜ ਦਿੱਤੀ। ਧੰਨ ਧੰਨ ਸਤਿਗੁਰ ਸੁਖਦਾਈ ਚਾਰ ਚੁਫੇਰੇ ਉਸ ਵੇਲੇ ਸਾਰਿਆਂ ਦੇ ਮੁਖ ਤੋਂ ਇਹੀ ਬਚਨ ਨਿਕਲ ਰਿਹਾ ਵਾ, ਧੰਨ ਧੰਨ ਸਤਿਗੁਰੂ ਸੁੱਖਾਂ ਦੇ ਦਾਤੇ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਦਸ਼ਮੇਸ਼ ਪਾਤਸ਼ਾਹ ਸੁੱਖਾਂ ਦੇ ਦਾਤੇ। ਉਜਰੇ ਚਾਹੁੰਦੇ ਸਨਾਰ ਸਮੁਦਾਇ ਚਾਰ ਚੁਫੇਰੇ ਜਿੰਨੇ ਵੀ ਗੁਰੂ ਕੇ ਸਿੰਘ ਹਨ ਸਾਰੇ ਉਚਾਰ ਰਹੇ ਹਨ। ਲੋਹਰਾ ਦ੍ਰਿਸ਼ਟ ਪਰਤ ਕੈ ਸਭ ਕੇ ਸ੍ਰੀ ਸਤਿਗੁਰ ਤਿਸ ਕਾਲ ਉਸ ਵੇਲੇ ਮਹਾਰਾਜ ਸਾਹਿਬ ਜੀ ਸਾਰਿਆਂ ਦੇ ਦ੍ਰਿਸ਼ਟੀ ਤਾਂ ਪੈ ਰਹੇ ਆ, ਸਾਰੇ ਦਰਸ਼ਨ ਕਰ ਰਹੇ ਹਨ ਸਤਿਗੁਰੂ ਜੀ ਦੇ। ਨਹੀਂ ਸਪਰਸ਼ਨ ਹੋਤ ਹੈ ਹਿਮਲਨ ਬਿਸਮਲ ਬਿਸਾਲ ਪਰ ਸਪਰਸ਼ ਨਹੀਂ ਹੋ ਰਿਹਾ ਮਹਾਰਾਜ ਸਾਹਿਬ ਜੀ ਦੇ ਨਾਲ। ਇਹ ਗੱਲ ਵੇਖ ਕਰਕੇ ਸਾਰੇ ਸਿੰਘ ਹੈਰਾਨ ਵਾ, ਕਿਉਂਕਿ ਮਹਾਰਾਜ ਸਾਹਿਬ ਜੀ ਆਪਣੇ ਚਰਨਾਂ ਨੂੰ ਸਪਰਸ਼ ਨਹੀਂ ਸੀ ਛੇਤੀ ਕਰਨ ਦਿੰਦੇ ਪਹਿਲਾਂ ਵੀ। ਇਹ ਮਰਿਆਦਾ ਸਤਿਗੁਰੂ ਜੀ ਨੇ ਕਾਇਮ ਕੀਤੀ ਸੀ, ਸਿੰਘੋ ਗੱਜ ਕੇ ਫਤਿਹ ਬੁਲਾਉਣੀ ਆ। ਮਹਾਰਾਜ ਕਹਿੰਦੇ ਸਾਡੇ ਚਰਨੀ ਹੱਥ ਨਹੀਂ ਲਾਉਣਾ, ਪੈਰੀਂ ਹੱਥ ਨਹੀਂ ਲਾਉਣਾ, ਫਤਿਹ ਬੁਲਾਇਆ ਕਰੋ ਹੱਥ ਜੋੜ ਕੇ, ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਪਿਆਰ ਵਾਲੇ ਸਿੰਘ ਮਹਾਰਾਜ ਦੀ ਹਜ਼ੂਰੀ 'ਚ ਜਿਹੜੇ ਸੇਵਾ ਕਰਨ ਵਾਲੇ ਉਹ ਲਾ ਜਾਂਦੇ ਹੁੰਦੇ ਸੀ ਚਰਨੀ ਹੱਥ, ਪਿਆਰ ਪਿਆਰ ਨਾਲ ਹੀ, ਤੇ ਬੜਾ ਆਨੰਦ ਬਣ ਜਾਂਦਾ ਸੀ ਜਦੋਂ ਮਹਾਰਾਜ ਦੇ ਚਰਨਾਂ ਨੂੰ ਛੋਹ ਲੈਂਦੇ ਸੀ ਨਾ, ਤੇ ਫਿਰ ਐ ਆਨੰਦ ਖੇੜਾ ਨਾਨਕ ਭਗਤਾ ਸਦਾ ਵਿਗਾਸ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਸੀ ਉਹਨਾਂ ਨੂੰ। ਪਰ ਮਹਾਰਾਜ ਸਾਹਿਬ ਜੀ ਦੀ ਆਗਿਆ ਨਹੀਂ ਸੀ, ਸਤਿਗੁਰੂ ਕਹਿੰਦੇ ਨਹੀਂ ਭਾਈ ਫਤਿਹ ਬੁਲਾਇਆ ਕਰੋ, ਪੈਰੀਂ ਹੱਥ ਨਾ ਲਾਇਆ ਕਰੋ। ਪਰ ਉਹ ਨੇੜੇ ਰਹਿਣ ਵਾਲੇ ਉਹ ਲਾ ਹੀ ਜਾਂਦੇ ਸਨ ਪਿਆਰ ਦੇ ਨਾਲ। ਮਹਾਰਾਜ ਪਿਤਾ ਵਾ ਸਾਡੇ, ਜਿਵੇਂ ਪੁੱਤਰ ਲਾਡ ਦੇ ਨਾਲ ਆਪਣੇ ਪਿਤਾ ਦੀ ਗੋਦੀ ਵਿੱਚ ਬੈਠ ਹੀ ਜਾਂਦਾ ਨਾ, ਇਸੇ ਤਰ੍ਹਾਂ ਉਸ ਮੌਕੇ ਤੇ ਵੀ ਮਹਾਰਾਜ ਹੁਣ ਸੱਚਖੰਡ ਜਾ ਰਹੇ, ਤੇ ਕਈਆਂ ਸਿੰਘਾਂ ਦੇ ਮਨ ਵਿੱਚ ਐਸੀ ਭਾਵਨਾ ਵੀ ਮਹਾਰਾਜ ਦੇ ਚਰਨ ਛੂਹ ਲਈਏ, ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰੀਏ। ਤੇ ਜਦੋਂ ਚਰਨਾਂ ਨੂੰ ਜਾ ਕੇ ਯਤਨ ਕਰਦੇ ਆ ਸਪਰਸ਼ ਕਰਨ ਦਾ, ਤੇ ਦਿਸ ਰਹੇ ਆ ਮਹਾਰਾਜ ਸਾਹਿਬ ਦੇ ਚਰਨ, ਸਤਿਗੁਰੂ ਜੀ ਦਾ ਸਾਰਾ ਸਰੂਪ, ਪਰ ਚਰਨਾਂ ਨੂੰ ਹੱਥ ਨਹੀਂ ਲੱਗਦਾ, ਹੱਥਾਂ ਵਿੱਚ ਆਉਂਦੇ ਨਹੀਂ ਚਰਨ। ਉਸ ਮੌਕੇ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਸਿੰਘ ਹੈਰਾਨ ਹੋ ਰਹੇ, ਕਹਿਣ ਲੱਗੇ ਖਾਲਸਾ ਜੀ ਇਹ ਜਿਹੜਾ ਸਰੂਪ ਹੈ ਨਾ, ਮਹਾਰਾਜ ਕਹਿੰਦੇ ਵੀ ਇਹ ਧਾਰਿਆ ਇਹ ਮਰਿਆਦਾ ਕਾਇਮ ਕਰਨ ਵਾਸਤੇ, ਖਾਲਸੇ ਦੀ ਸਿਰਜਣਾ ਕਰਨ ਵਾਸਤੇ। ਉਸ ਤਰ੍ਹਾਂ ਸਾਡਾ ਸਰੂਪ ਪੰਜਾਂ ਤੱਤਾਂ ਵਾਲਾ ਨਹੀਂ ਹੈ। ਕਈ ਵਾਰੀ ਆਮ ਇਹ ਗੱਲ ਕਹੀ ਜਾਂਦੀ ਨਾ, ਗੁਰੂ ਸਾਹਿਬ ਜੀ ਨੇ ਆਪਣਾ ਪੰਜ ਭੌਤਿਕ ਸਰੀਰ, ਇਹ ਛੋਟੀਆਂ ਗੱਲਾਂ ਵਾ, ਇਹ ਆਪਣੀ ਵਿਆਖਿਆ ਵਾ ਸਾਡੀ ਸੰਸਾਰੀ ਮਨੁੱਖਾਂ ਦੀ। ਮਹਾਰਾਜ ਸਾਹਿਬ ਪੰਜਾਂ ਤੱਤਾਂ ਤੋਂ ਵੀ ਪਰੇ ਆ ਸਾਧ ਸੰਗਤ, ਪੰਜਾਂ ਤੱਤਾਂ ਤੋਂ ਵੀ ਪਰੇ। ਗੁਰੂ ਕੀ ਬਾਣੀ 'ਚ ਬਚਣਾ ਵੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾ ਕੋਈ ਚੱਕਰ ਆ, ਨਾ ਚਿਹਨ ਵਾ, ਤੇ ਨਾ ਉਹ ਪੰਜਾਂ ਤੱਤਾਂ 'ਚ ਹੀ ਆਉਂਦਾ ਵਾ। ਵਾਹਿਗੁਰੂ ਨਹੀਂ ਪੰਜਾਂ ਤੱਤਾਂ ਵਿੱਚ ਬੱਧਿਆ ਹੋਇਆ, ਪੰਜ ਤੱਤ ਉਹਨੇ ਪੈਦਾ ਕੀਤੇ ਆ, ਪਰ ਪੰਜਾਂ ਤੱਤਾਂ ਤੋਂ ਆਪ ਨਿਆਰਾ ਹੀ ਆ। ਉਹ ਮੌਜ ਦਾ ਮਾਲਕ ਆ, ਜੇ ਚਾਹਵੇ ਤੇ ਪੰਜ ਤੱਤ ਵੀ ਧਾਰਨ ਕਰ ਲੈਂਦੇ ਆ, ਤੇ ਪੰਜਾਂ ਤੱਤਾਂ ਤੋਂ ਵੱਖਰੇ ਵੀ ਹੋ ਜਾਂਦੇ। ਉਸ ਮੌਕੇ ਤੇ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਜਿਹੜੇ ਪੰਜ ਤੱਤ ਵਾ ਉਹ ਤੱਤਾਂ 'ਚ ਤੱਤ ਲੀਨ ਕਰ ਦਿੱਤੇ, ਹੁਣ ਇਕੱਲੇ ਜੋਤ ਸਰੂਪ ਹੀ ਰਹਿ ਗਏ, ਪ੍ਰਕਾਸ਼ ਸਰੂਪ ਹੀ। ਸਤਿਗੁਰੂ ਕਹਿਣ ਲੱਗੇ ਸਿੰਘੋ ਸਾਡਾ ਸਰੀਰ ਕੋਈ ਆਮ ਮਨੁੱਖਾਂ ਦੀ ਤਰ੍ਹਾਂ ਹੱਡੀਆਂ ਪਸਲੀਆਂ ਵਾਲਾ ਸਰੀਰ ਨਹੀਂਗਾ। ਇਹ ਵੀ ਬਚਨ ਕਹਿ ਦਿੱਤਾ ਸੀ, ਸਾਡਾ ਅੰਗੀਠਾ ਨਾ ਫੋਲਿਓ, ਲੱਭਣਾ ਨਹੀਂ ਜੇ ਕੁਝ ਵੀ ਵਿੱਚੋਂ। ਇਹ ਵੀ ਬਚਨ ਕਹਿਤਾ ਸੀ ਪਹਿਲਾਂ ਹੀ ਵੀ ਆਮ ਮਨੁੱਖਾਂ ਦੀ ਤਰ੍ਹਾਂ ਸਰੀਰ ਥੋੜ੍ਹਾ ਵੀ ਵਿੱਚੋਂ ਅਸਥੀਆਂ ਮਿਲਣਗੀਆਂ, ਵੀ ਜਾਂ ਇਸੇ ਤਰ੍ਹਾਂ ਅਸਥੀਆਂ ਨੂੰ ਆਮ ਸੰਸਾਰੀ ਲੋਕ ਫੁੱਲ ਕਹਿ ਦਿੰਦੇ ਆ, ਹੁੰਦੀਆਂ ਤੇ ਅਸਥੀਆਂ ਹੀ ਆ, ਫੁੱਲ ਕਹਿ ਦਿੰਦੇ। ਤੋ ਮਹਾਰਾਜ ਸਾਹਿਬ ਨੇ ਕਹਿ ਦਿੱਤਾ ਸੀ ਵੀ ਸਾਡਾ ਅੰਗੀਠਾ ਨਾ ਸਿੰਘੋ ਫਰੋਲਿਓ। ਤੋ ਐਸੇ ਬਚਨ ਉਸ ਮੌਕੇ ਤੇ ਕਹਿ ਸੀ। ਹੁਣ ਨਹੀਂ, ਸਤਿਗੁਰੂ ਕਹਿਣ ਲੱਗੇ ਸਾਡਾ ਸਰੀਰ ਤਾਂ ਜੋਤ ਸਰੂਪ ਹੀ ਆ, ਜੋਤ ਸਰੂਪ ਹੀ। ਹੁਣ ਜੋਤ ਨੂੰ ਨਾ ਫੜਿਆ ਜਾ ਸਕਦਾ, ਨਾ ਬੰਨਿਆ ਜਾ ਸਕਦਾ, ਨਾ ਡਬੋਇਆ ਜਾ ਸਕਦਾ। ਮਹਾਰਾਜ ਸਾਹਿਬ ਮੌਜ ਦੇ ਮਾਲਕ।
ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਦਰਸ਼ਨ ਹੋ ਰਹੇ ਆ ਤੇ ਸਪਰਸ਼ਤਾ ਨਹੀਂ ਹੋ ਰਹੀ। ਇਹ ਵੇਖ ਕਰਕੇ ਸਾਰੇ ਸਿੰਘ ਹੈਰਾਨ ਹਨ। ਦੋਹਰਾ ਦੀਪਮਾਲ ਕਾ ਜੈ ਕਹਾ ਜਵਲਤ ਮਸਾਲ ਕੇ ਝਾਰ। ਜਿੱਥੇ ਕਿਥੇ ਕਹਿੰਦੇ ਦੀਵੇ ਬਹੁਤੇ ਬਚ ਰਹੇ ਆ, ਦੀਪਮਾਲਾ ਹੋਈ ਪਈ ਹੈ। ਤੇ ਇਸੇ ਤਰ੍ਹਾਂ ਚਾਰ ਸਪੇਰੇ ਮਸਾਲਾਂ ਤੇ ਝਾਰ ਆਦਿਕ ਜਿਹੜੇ ਚਾਨਣਾ ਕਰਨ ਵਾਸਤੇ ਰਾਤ ਨੂੰ ਜਗ ਰਹੇ ਹਨ। ਪਾਵਤ ਧਾਰ ਫੁਲੇ ਲਗੀ ਜਦੋਂ ਘ੍ਰਿਤ ਕੋ ਜਾਰ। ਕਈਆਂ ਥਾਵਾਂ ਤੇ ਘਿਓ ਦੇ ਦੀਵੇ ਬਾਲ ਕੇ ਰੱਖੇ ਹੋਏ ਆ, ਕਈਆਂ ਥਾਵਾਂ ਤੇ ਝਾਰ ਫੁਲੇਲ ਉਹਨਾਂ ਦੇ ਨਾਲ ਚਾਨਣਾ ਹੋ ਰਿਹਾ ਹੈ। ਦਿਨ ਸਾਂ ਭਇਓ ਪ੍ਰਕਾਸ਼ ਵਿਸਾਲਾ। ਦਿਨ ਦੀ ਤਰ੍ਹਾਂ ਹੀ ਪ੍ਰਕਾਸ਼ ਬਹੁਤਾ ਹੋ ਰਿਹਾ ਹੈ। ਸਿਮਰ ਸ਼ਬਦ ਚਮੂ ਦਿਸ ਚਾਲਾ। ਚਾਰ ਚੁਫੇਰੇ ਕਹਿੰਦੇ ਵੀ ਜਿਹੜਾ ਸੰਘਣਾ ਹਨੇਰਾ ਉਹ ਦੂਰ ਦੂਰ ਚਲੇ ਗਿਆ ਹੈ। ਚੰਚਲ ਚਰਨ ਚਿਖਾ ਦਿਸ ਚਲੇ। ਹੁਣ ਮਹਾਰਾਜ ਸਾਹਿਬ ਜੀ ਫਤਿਹ ਬੁਲਾ ਕੇ ਤੇ ਚਿਖਾ ਵੱਲ ਨੂੰ ਤੁਰ ਪਏ ਕਨਾਤ ਦੇ ਅੰਦਰ। ਸਤਿਗੁਰੂ ਜੀ ਦੇ ਚਰਨ ਤੇਜ ਹੋਏ ਹਨ। ਵਸਤਰ ਸ਼ਸਤਰ ਸਭ ਸੋਭਿਤ ਭਲੇ। ਵਸਤਰਾਂ ਸ਼ਸਤਰਾਂ ਨਾਲ ਸਤਿਗੁਰੂ ਜੀ ਸੋਭ ਰਹੇ ਭਲੀ ਪ੍ਰਕਾਰ। ਕਵੀ ਕਨਾਥ ਕੌਰ ਦਿਸ ਖਾਨਾ। ਕਨਾਤ ਤਣੀ ਹੋਈ ਹੈ, ਜਿੱਥੇ ਕਹਿੰਦੇ ਵੀ ਕਨਾਤ ਦਾ ਦਰਵਾਜ਼ਾ ਰੱਖਿਆ ਹੈ। ਉੱਥੇ ਪਹੁੰਚ ਗਏ ਆ ਕਨਾਤ ਦੇ ਦਰਵਾਜ਼ੇ ਕੋਲੇ। ਉੱਥੇ ਪਹੁੰਚ ਕੇ ਫੇਰ ਬਚਨ ਕੀਤਾ ਖਾਲਸੇ ਨਾਲ। ਕਹਿਣ ਲੱਗੇ ਖਾਲਸਾ ਜੀ ਜਦੋਂ ਅਸੀਂ ਚਿਖਾ ਦੇ ਉੱਤੇ ਚੌਂਕੜਾ ਲਾ ਕੇ ਬੈਠ ਜਾਵਾਂਗੇ, ਤੁਸੀਂ ਉਸ ਮੌਕੇ ਤੇ ਛੇਤੀ ਨਾਲ ਸਾਡੀਆਂ ਪਰਿਕਰਮਾ ਕਰਕੇ ਤੇ ਫਿਰ ਤੁਸੀਂ ਇਹ ਅਗਨੀ ਪ੍ਰਚੰਡ ਕਰ ਦੇਣੀ ਹੈ, ਚਿਖਾ ਨੂੰ ਅਗਨੀ ਦੇ ਦੇਣੀ ਹੈ। ਪਰਿਕਰਮਾ ਕਰਕੇ ਸਾਡੀਆਂ ਜਦੋਂ ਅਸੀਂ ਚੌਂਕੜਾ ਲਾ ਕੇ ਚਿਖਾ ਤੇ ਬੈਠ ਜਾਵਾਂਗੇ ਤੇ ਛੇਤੀ ਨਾਲ ਤੁਸੀਂ ਨਮਸਕਾਰ ਕਰਦਿਆਂ ਕਨਾਤ ਤੋਂ ਬਾਹਰ ਚਲੇ ਜਾਣਾ। ਇਹ ਸਾਡਾ ਹੁਕਮ ਹੈ। ਇਸ ਕਾਰਜ ਵਿੱਚ ਦੇਰੀ ਨਹੀਂ ਕਰਨੀ ਹੈ। ਤੁਸੀਂ ਪਰਮੇਸ਼ਰ ਦਾ ਸਿਮਰਨ ਕਰਕੇ ਤੇ ਧੀਰਜ ਧਰਨੀ ਹੈ, ਧੀਰਜ ਨਹੀਂ ਛੱਡਣਾ ਹੈ। ਰਾਗੀ ਸਿੰਘਾਂ ਨੂੰ ਹੁਕਮ ਸੀ ਤੁਸੀਂ ਕੀਰਤਨ ਕਰਦੇ ਰਹਿਣਾ ਹੈ। ਸਾਰੇ ਖਾਲਸੇ ਨੂੰ ਹੁਕਮ ਸੀ ਤੁਸੀਂ ਨਾਮ ਜਪਦੇ ਰਹਿਣਾ, ਬਾਣੀ ਪੜ੍ਹਦੇ ਰਹਿਣਾ ਹੈ। ਇਸ ਤਰ੍ਹਾਂ ਕਹਿ ਕਰਕੇ ਕਿਰਪਾ ਦੇ ਖਜ਼ਾਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚ ਗਏ ਆ ਜਿੱਥੇ ਕਨਾਤ ਦੇ ਅੰਦਰ ਚੰਦਨ ਦੀ ਚਿਖਾ ਚਿਣੀ ਹੋਈ ਸੀ। ਮੋਢੇ ਉੱਤੇ ਧਨੁਖ ਹੈ, ਸਿਕੰਦ ਮੋਢੇ ਤੇ ਤੁਫੰਗ ਨਾਲ ਬੰਦੂਕ ਵੀ ਟਿਕਾਈ ਹੋਈ ਪਾਈ ਹੋਈ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਸੱਜੇ ਹੱਥ ਵਿੱਚ ਬਰਸ਼ੀ ਵੀ ਫੜੀ ਹੋਈ ਹੈ। ਉਸ ਮੌਕੇ ਹੱਥ 'ਚ ਬਰਸ਼ੀ ਹੈ। ਪੇਸ਼ ਕਬਜ ਵੀ ਹੈ ਕਮਰ ਕੱਸੇ ਵਿੱਚ, ਜਮਦਾੜ ਵੀ ਹੈ, ਕਟਾਰ ਵੀ ਤੇ ਕੁਠਾਰਾ ਕੁਹਾੜੇ ਦਾ ਨਾਮ ਕੁਹਾੜਾ ਵੀ ਹੈ। ਸੁਧਾਰ ਕੇ ਕਮਰ ਕੱਸੇ ਵਿੱਚ ਸਾਰੇ ਸ਼ਸਤਰ ਰੱਖੇ ਹੋਏ ਹਨ। ਖੰਜਰ ਵੀ ਪਾਇਆ ਹੋਇਆ ਸਤਿਗੁਰੂ ਜੀ ਨੇ ਤੇ ਤਰਕਸ਼ ਤੀਰਾਂ ਦਾ, ਤਿੱਖੇ ਤਿੱਖੇ ਤੀਰਾਂ ਦਾ ਪੱਥਾ ਵੀ ਮੋਢੇ ਤੇ ਸੋਭਨੀਕ ਹੈ। ਵੀਰ ਰਸੀ ਰੂਪ ਹੈ ਸਤਿਗੁਰੂ ਜੀ ਦਾ। ਸ਼ੇਰ ਬੱਬਰ ਸ਼ੇਰ ਦੀ ਤਰ੍ਹਾਂ ਸਤਿਗੁਰੂ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਵੀਰ ਰਸ ਦੇ ਵਿੱਚ ਹਨ। ਚਾਹੇ ਚਿਹਰਾ ਚੜ੍ਹਦੀ ਕਲਾ ਦੇ ਵਿੱਚ ਵਾ ਮਹਾਰਾਜ ਸਾਹਿਬ ਜੀ ਦਾ ਤੇ ਨੇਤਰ ਵੀ ਪ੍ਰਫੁੱਲਤ ਹਨ। ਤੇ ਜਿਗਾ ਜਿਹੜੀ ਹੈ ਨਾ ਸੀਸ ਤੇ ਦਸਤਾਰ ਦੇ ਉੱਤੇ ਉਹ ਦਮਕਾ ਮਾਰ ਰਹੀ ਹੈ ਤੇ ਵਿੱਚ ਕਲਗੀ ਝੁੱਲ ਰਹੀ ਹੈ। ਉਸ ਪ੍ਰਕਾਰ ਉਸ ਮੌਕੇ ਤੇ ਕਹਿੰਦੇ ਮਹਾਰਾਜ ਦਾ ਚਿਹਰਾ ਜਾਣੋ ਕਿ ਚੰਦਰਮਾ ਦੀ ਤਰ੍ਹਾਂ ਹੈ ਤੇ ਸਤਿਗੁਰੂ ਜੀ ਦੇ ਮੁਖੜੇ ਰੂਪੀ ਚੰਦਰਮਾ ਦੀ ਤਰਫ ਸਾਰੇ ਸਿੰਘਾਂ ਦੇ ਨੇਤਰ ਜਾਣੋ ਚਕੋਰਾਂ ਬਣ ਕੇ ਦਰਸ਼ਨ ਕਰ ਰਹੀਆਂ ਮਹਾਰਾਜ ਦੇ ਚਿਹਰੇ ਰੂਪੀ ਚੰਦਰਮਾ ਦੇ। ਚਿਹਰੇ ਦਾ ਤੇਜ ਉਸ ਵੇਲੇ ਐਸਾ ਹੈ ਵੀ ਝੱਲਿਆ ਨਹੀਂ ਜਾ ਰਿਹਾ। ਐਸਾ ਵੀਰ ਰਸੀ ਰੂਪ ਹੈ ਤੇ ਐਸਾ ਨੂਰ ਹੈ ਮਹਾਰਾਜ ਦੇ ਚਿਹਰੇ ਦੇ ਉੱਤੇ ਤੇ ਦਿਪਤ ਤੇਜ ਪ੍ਰਕਾਸ਼ਮਾਨ ਹੋ ਰਿਹਾ ਤੇਜ। ਤੇ ਵੇਖ ਵੇਖ ਕੇ ਸਾਰੇ ਹਾਂ ਸਾਰੇ ਜਿਵੇਂ ਕਮਲ ਫੁੱਲ ਖਿੜ ਜਾਂਦੇ ਹਨ, ਇਸ ਤਰ੍ਹਾਂ ਕਹਿੰਦੇ ਵੀ ਮਹਾਰਾਜ ਸਾਹਿਬ ਜੀ ਦੇ ਚਿਹਰੇ ਨੂੰ ਉਸ ਵੇਲੇ ਸੂਰਜ ਦੀ ਵਾਂਗੂ ਤੱਕ ਰਹੇ ਆ। ਸੂਰਜ ਵਰਗਾ ਪ੍ਰਕਾਸ਼ ਆ ਮਹਾਰਾਜ ਦੇ ਚਿਹਰੇ ਦਾ। ਜਿਵੇਂ ਸੂਰਜ ਹੈ ਦੁਪਹਿਰ ਦਾ ਹੋਵੇ ਤੇ ਉਹਦੇ ਵੱਲ ਨਿਗਾਹ ਭਰ ਕੇ ਵੇਖਿਆ ਨਹੀਂ ਨਾ ਜਾਂਦਾ, ਅੱਖਾਂ ਚੁੰਧਿਆ ਜਾਂਦੀਆਂ, ਥੱਲੇ ਨੂੰ ਮੂੰਹ ਕਰਨਾ ਪੈਂਦਾ ਵਾ ਦੁਪਹਿਰ ਵਾਲੇ। ਨਾਲੇ ਅੱਜ ਕੱਲ੍ਹ ਦੇ ਆ ਹੁਣ ਜੇਠ ਦਾ ਮਹੀਨਾ, ਜਿਵੇਂ ਦੁਪਹਿਰੇ ਸੂਰਜ ਵੱਲ ਨੂੰ ਕੌਣ ਝਾਕੇਗਾ, ਕਿੰਨਾ ਕੁ ਚਿਰ ਵੇਖ ਸਕਦਾ ਸਿੱਧੀ ਨਿਗਾਹ ਰੱਖ ਕੇ।
ਥੱਲੇ ਕਰਨੀ ਪੈਣੀ ਨਿਗਾਹ। ਇਸੇ ਤਰ੍ਹਾਂ ਮਹਾਰਾਜ ਦੇ ਚਿਹਰੇ ਵੱਲੇ ਵੇਖਿਆ ਨਹੀਂ ਜਾਂਦਾ ਹੈ। ਅਮਰ ਮੈਂ ਦੇਖ ਸਤਿ ਸਮਾਏ। ਤਾਂ ਮਹਾਰਾਜ ਦੇ ਨੇਤਰ ਕਮਲ ਜਿਹੜੇ ਹਨ ਉਹ ਖਿੜੇ ਹੋਏ ਹਨ ਉਸ ਮੌਕੇ ਤੇ। ਬਿਨਾ ਨ ਦੇਖ ਕਿਸੀ ਦਿਸ ਲਾਏ। ਸਾਰੇ ਸਿੰਘਾਂ ਨੇ ਕਹਿੰਦੇ ਝਮਕਣ ਤੋਂ ਬਿਨਾ ਆਪਣੀਆਂ ਅੱਖਾਂ ਝਮਕ ਨਹੀਂ ਰਹੇ, ਮਹਾਰਾਜ ਦੇ ਤਰਫ ਲਾਈਆਂ ਹੋਈਆਂ ਅੱਖਾਂ। ਗਨ ਚੰਦਨ ਅਗਰਾਗ ਬਨੇਰੇ। ਜਿੱਥੇ ਬਹੁਤਾ ਚੰਦਨ ਤੇ ਅਗਰ ਆਦਿਕ ਸਿਖਾ ਵਿਸ਼ਾਲ ਰਚੀ ਸਭ ਹੀਰੇ। ਇਹ ਚੰਦਨ ਅਗਰ ਇਹ ਸਾਰਾ ਬਹੁਤਾ ਲਾ ਕਰਕੇ ਲੱਕੜੀ ਤੇ ਵੱਡੀ ਚਿਖਾ ਵੱਡਾ ਅੰਗੀਠਾ ਤਿਆਰ ਕੀਤਾ ਹੋਇਆ ਸੀ। ਭਏ ਕਰੂੜਨ ਗੁਰ ਭਗਵਾਨ। ਸਤਿਗੁਰੂ ਜੀ ਉਸ ਚਿਖਾ ਦੇ ਉੱਤੇ ਚੜ੍ਹ ਕੇ ਚੌਂਕੜਾ ਲਾ ਲਿਆ। ਕਿਉ ਤਿਸ ਈਦਨ ਮਹਾਨ। ਚਾਰ ਛਪੇਰੇ ਬਹੁਤੀਆਂ ਜ਼ਿਆਦੀਆਂ 100 ਮਣ ਲੱਕੜ ਸੀ ਚੰਦਨ ਦੀ, ਉੱਤੇ ਚੜ੍ਹ ਕੇ ਚੌਂਕੜਾ ਲਾਇਆ ਸਤਿਗੁਰੂ ਜੀ ਨੇ। ਸਿੱਖਨ ਕੋ ਆਇ ਸਭ ਦੀਨ। ਸਿੱਖਾਂ ਨੂੰ ਆਗਿਆ ਦੇ ਦਿੱਤੀ ਮਹਾਰਾਜ ਸਾਹਿਬ ਜੀ ਨੇ। ਸਭ ਦੇਸ਼ਨ ਕੋ ਲਖਸਤ ਕੀਨ। ਇਹ ਪਹਿਲਾਂ ਹੀ ਸਾਰਿਆਂ ਨੂੰ ਆਗਿਆ ਦਿੱਤੀ ਸੀ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਜਾਣਾ, ਭਾਈ ਮਣੀ ਸਿੰਘ ਜੀ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ, ਭਾਈ ਗੁਰਬਖਸ਼ ਸਿੰਘ ਜੀ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਸੇਵਾ ਸੰਭਾਲਣੀ। ਇਹ ਸਾਰੀ ਪਹਿਲਾਂ ਸਿੱਖਿਆ ਦਿੱਤੀ ਸੀ, ਉਹਦਾ ਜ਼ਿਕਰ ਭਾਈ ਸਾਹਿਬ ਜੀ ਕਰ ਰਹੇ ਹਨ। ਇੱਕ ਸੰਤੋਖ ਸਿੰਘ ਜੋ ਰਹਿਤ। ਇੱਕ ਭਾਈ ਸੰਤੋਖ ਸਿੰਘ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਤੁਸੀਂ ਇੱਥੇ ਰਹਿਣਾ ਹੈ। ਇਸ ਸੰਗ ਬੋਲੇ ਕਰਨਾ ਸਹਿਤ। ਕਿਰਪਾ ਦੇ ਸਹਿਤ ਸਤਿਗੁਰੂ ਜੀ ਭਾਈ ਸੰਤੋਖ ਸਿੰਘ ਜੀ ਦੇ ਨਾਲ ਬੋਲੇ। ਇਸ ਥਲ ਰਹੋ ਦੇਗ ਵਰਤਾਵ। ਸਿੰਘਾ ਇਸ ਥਾਂ ਤੇ ਰਹਿਣਾ ਹੈ ਤੇ ਦੇਗ ਵਰਤਾਉਣੀ ਹੈ, ਭਾਵ ਲੰਗਰ ਚਲਾਉਣਾ ਹੈ। ਸ਼ਰਧਾ ਜੋਤ ਸੋ ਸਿੰਘ ਟਿਕਾਵ। ਤੇ ਸ਼ਰਧਾ ਦੇ ਸਹਿਤ ਇੱਥੇ ਸਿੰਘਾਂ ਨੂੰ ਨਾਲ ਆਪਣੇ ਟਿਕਾ ਕੇ ਰੱਖਣਾ ਇਸ ਸਥਾਨ ਤੇ। ਇੱਥੇ ਤੁਸੀਂ ਲੰਗਰ ਚਲਾਉਣਾ ਹੈ। ਗਰਭ ਅਸੰਖ ਇਹਾਂ ਜੋ ਆਏ। ਮਹਾਰਾਜ ਕਹਿੰਦੇ ਗਿਣਤੀ ਨਹੀਂ ਰਹੂਗੀ, ਇੰਨਾ ਧਨ ਇੱਥੇ ਆ ਜਾਣਾ, ਅਣਗਿਣਤ ਮਾਇਆ ਆ ਜਾਵੇਗੀ, ਇੱਥੇ ਤੁਸੀਂ ਲੰਗਰ ਚਲਾਈ ਜਾਣਾ। ਤਿਸਤੇ ਨਹਿ ਮੰਦਰ ਚਨਵਾਏ। ਪਰ ਉਸ ਮਾਇਆ ਦੇ ਨਾਲ ਸਾਡਾ ਇੱਥੇ ਅਸਥਾਨ ਨਾ ਬਣਾਇਓ, ਸਾਡਾ ਮੰਦਰ ਨਾ ਇੱਥੇ ਬਣਾਇਓ। ਸਬਲ ਦੇਖ ਪਰ ਦੇਹੋ ਲਗਾਏ। ਜਿੰਨੀ ਮਾਇਆ ਹੋਵੇਗੀ ਨਾ ਉਹ ਸਾਰੀ ਲੰਗਰ ਵਿੱਚ ਖਰਚੀ ਜਾਣੀ ਹੈ, ਲੰਗਰ ਚਲਾਈ ਜਾਣਾ ਹੈ। ਪੰਚਾਂ ਵੇਦ ਆਦਿਕ ਕਰਵਾਈ। ਤੇ ਲੰਗਰ ਦੇ ਨਾਲ ਨਾਲ ਉਹ ਮਾਇਆ ਕੜਾਹ ਪ੍ਰਸ਼ਾਦ ਦੀ ਦੇਗ ਤੇ ਵਰਤੀ ਜਾਣੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਸੰਗਤ ਵਿੱਚ ਵਰਤਾ ਦੇਣੀ ਹੈ। ਜਿਨਹਿ ਮਹਿਲ ਤਿਸ ਕੁਲ ਗਲ ਜਾਏ। ਜਿਹੜਾ ਸਾਡਾ ਇੱਥੇ ਅਸਥਾਨ ਬਣਾਵੇਗਾ ਉਹਦੀ ਕੁਲ ਗਲ ਜਾਵੇਗੀ, ਉਹਦੀ ਕੁਲ ਸਮਾਪਤ ਹੋ ਜਾਵੇਗੀ, ਖਾਨਦਾਨ ਸਮਾਪਤ ਹੋ ਜਾਵੇਗਾ। ਜਾਂ ਤੇ ਕਹੀ ਨਹੀਂ ਵਿਸਰਾਏ। ਇਸ ਕਰਕੇ ਸਾਡਾ ਕਿਹਾ ਹੋਇਆ ਬਚਨ ਇਹ ਤੁਸੀਂ ਭੁਲਾਉਣਾ ਨਹੀਂ, ਸਾਡਾ ਸਥਾਨ ਨਹੀਂ ਬਣਾਉਣਾ। ਇਹਦੇ ਵਿੱਚ ਕੀ ਮਹਾਰਾਜ ਸਾਹਿਬ ਜੀ ਦਾ ਭੇਦ ਹੈ, ਕੀ ਕਾਰਨ ਹੈ, ਇਹ ਤਾਂ ਮਹਾਰਾਜ ਸਾਹਿਬ ਆਪ ਹੀ ਜਾਣਦੇ ਸਾਰਾ। ਪਰ ਇਹਦੇ ਵਿੱਚੋਂ ਜੋ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਖਾਲਸਾ ਜੀ ਤੁਹਾਨੂੰ ਅਕਾਲ ਪੁਰਖ ਦੇ ਪੁਜਾਰੀ ਬਣਾਇਆ ਵਾ, ਤੁਸੀਂ ਸਿੱਧਾ ਅਕਾਲ ਪੁਰਖ ਦੇ ਨਾਲ ਜੁੜ ਕੇ ਰਹਿਣਾ। ਤੋ ਐਸਾ ਮਹਾਰਾਜ ਸਾਹਿਬ ਜੀ ਨੇ ਸਿੱਖਿਆ ਦਿੱਤੀ। ਨਹੀਂ ਤਾਂ ਸਾਧ ਸੰਗਤ ਜੀ ਥਾਵਾਂ ਦੇ ਉੱਤੇ ਵੇਖੋ ਕਿੰਦੇ ਲੋਕ ਥਾਂ ਤੇ ਹੀ ਜਗ੍ਹਾ ਬਣਾ ਦਿੰਦੇ, ਹਰ ਇੱਕ ਥਾਂ ਤੇ ਐਵੇਂ ਥਾਂ ਤੇ। ਗੁਰੂ ਸਾਹਿਬਾਂ ਦੇ ਅਸਥਾਨ ਤਾਂ ਬਣਨੇ ਹੀ ਬਣਨੇ ਆ, ਖਾਲਸੇ ਨੇ ਬਣਾਉਣੇ ਆ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਵਾਈ ਸੀ, ਉਹਨਾਂ ਦੇ ਜੀਵਨ 'ਚ ਜ਼ਿਕਰ ਆਉਂਦਾ, ਉਹ ਕਹਿੰਦੇ ਵੀ ਭਾਵੇਂ ਮੇਰੀ ਕੁਲ ਰਵੇ ਚਾਹੇ ਨਾ ਰਵੇ, ਪਰ ਮੈਂ ਮਹਾਰਾਜ ਦੇ ਅਸਥਾਨ ਦੀ ਸੇਵਾ ਕਰਾਉਣੀ ਜੇ ਮਹਾਰਾਜ ਨੇ ਮੈਨੂੰ ਰਾਜ ਦਿੱਤਾ। ਇਹ ਬਚਨ ਉਹਨਾਂ ਦੇ ਜੀਵਨ ਵਿੱਚ ਆਇਆ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਵਿੱਚ। ਫਿਰ ਉਹਨਾਂ ਨੇ ਜਾ ਕੇ ਉੱਥੇ ਮਹਾਰਾਜ ਦਾ ਸਥਾਨ ਬਣਾਇਆ ਸੀ, ਸੋਨਾ ਵੀ ਲਾਇਆ ਤੇ ਵਧੀਆ ਤੋਂ ਵਧੀਆ ਪੱਥਰ ਵੀ ਲਾਇਆ ਮਹਾਰਾਜ ਦੇ ਅਸਥਾਨ। ਤੇ ਸਤਿਗੁਰੂ ਜੀ ਨੇ ਇਹ ਬਚਨ ਕੀਤਾ, ਗਰੀਬ ਨਵਾਜ ਸਾਹਿਬ ਜੀ ਨੇ। ਤਬ ਸੰਤੋਖ ਸਿੰਘ ਕਰ ਜੋੜੇ। ਉਸ ਮੌਕੇ ਤੇ ਭਾਈ ਸੰਤੋਖ ਸਿੰਘ ਨੇ ਹੱਥ ਜੋੜੇ, ਸਿੱਖ ਸੰਗਤ ਨਾਹਿ ਕਿਤ ਹੋਰੇ। ਆਖਿਆ ਮਹਾਰਾਜ ਆਪ ਜੀ ਨੇ ਆਖਿਆ ਇੱਥੇ ਲੰਗਰ ਚਲਾਉਣਾ, ਇੱਥੇ ਤਾਂ ਸਿੱਖ ਸੰਗਤਾਂ ਕੋਈ ਆਉਂਦੀਆਂ ਨਹੀਂ ਹਨ। ਇਸਤੇ ਦੇਗ ਤਨ ਦੇਗ ਚਲਾਵੇ। ਮਹਾਰਾਜ ਮੈਂ ਧਨ ਕਿਹਦੇ ਤੋਂ ਲੈ ਕਰਕੇ ਦੇਗ ਚਲਾਵਾਂਗਾ, ਲੰਗਰ ਚਲਾਵਾਂਗਾ। ਰਹਿ ਸਿੰਘ ਸੋ ਕਿਮ ਤੇ ਖਾਵੇ। ਜਿਹੜੇ ਸਿੰਘ ਇੱਥੇ ਰਹਿਣਗੇ ਉਹ ਕਿਹਦੇ ਤੋਂ ਮਹਾਰਾਜ ਛਕਣਗੇ। ਸ੍ਰੀ ਮੁਖ ਤੇ ਤਪ ਧੀਰਜ ਦੀਨਾ। ਸੁਭਾਏਮਾਨ ਮੁਖ ਤੋਂ ਮਹਾਰਾਜ ਨੇ ਧੀਰਜ ਦਿੱਤੀ। ਦੇਸ਼ ਨਾ ਰਹਿ ਸਿੰਘ ਤੇ ਹੀਨਾ। ਸਤਿਗੁਰੂ ਕਹਿੰਦੇ ਭਾਈ ਸੰਤੋਖ ਸਿੰਘ ਜੀ ਤੁਸੀਂ ਇੱਥੇ ਸੇਵਾ ਕਰਨੀ ਹੈ, ਇਲਾਕਾ ਸਿੰਘਾਂ ਤੋਂ ਖਾਲੀ ਨਹੀਂ ਰਹੇਗਾ, ਇੱਥੇ ਬੇਅੰਤ ਸਿੰਘ ਹੋ ਜਾਣਗੇ, ਇੱਕ ਦੋ ਬਿਰਦ ਕੀਹਾਂ ਬਣੇ ਹੈ। ਇੱਥੇ ਇੱਕ ਦੋ ਜਥੇ ਬਣ ਜਾਣਗੇ ਸਿੰਘਾਂ ਦੇ। ਇਹ ਸੰਪੂਰਨ ਦੇਗ ਚਲੇ ਹੈ। ਫਿਰ ਸੰਪੂਰਨ ਇੱਥੇ ਲੰਗਰ ਚੱਲਿਆ ਕਰੇਗਾ। ਕਰੋ ਪਕਾਵਨ ਦੇਹੋ ਵਰਤਾਏ। ਤੁਸੀਂ ਲੰਗਰ ਪਕਾ ਕੇ ਵਰਤਾ ਦੇਣਾ ਹੈ। ਧਨ ਕੀ ਕਿੰਤ ਨ ਕਰਿਆ ਕਾਏ।
पाए। ਧਨ ਦੀ ਚਿੰਤਾ ਨਹੀਂ ਕਿਸੇ ਪ੍ਰਕਾਰ ਕਰਨੀ ਹੈ ਵੀ ਧਨ ਕਿੱਥੋਂ ਆਵੇਗਾ, ਮਾਇਆ ਕਿੱਥੋਂ ਆਵੇਗੀ। ਮਾਇਆ ਦੀ ਕਮੀ ਨਹੀਂ ਰਵੇਗੀ, ਬੇਅੰਤ ਮਾਇਆ ਆਵੇਗੀ। ਮੁਸਮ ਸਭ ਜਿਨ ਸੀਸ ਨਿਵਾਏ। ਇਸ ਤਰ੍ਹਾਂ ਸੁਣ ਕੇ ਸਾਰਿਆਂ ਨੇ ਸੀਸ ਨਿਵਾਇਆ। ਗਈ ਪ੍ਰਦਿਸ਼ਨਾ ਫਿਰ ਚੰਪਾਏ। ਚਾਰ ਚੁਫੇਰੇ ਉੱਤੋਂ ਦੀ ਆ ਕੇ ਮਹਾਰਾਜ ਦੇ ਅੰਗੀਠੇ ਦੇ, ਚਿਖਾ ਦੇ ਤੇ ਪ੍ਰਕਰਮਾ ਕੀਤੀਆਂ। ਜਵਾਰ ਤੋਂ ਦਾਸਨ ਕੀਨ ਬਿਸਾਲਾ। ਉਸ ਮੌਕੇ ਤੇ ਫਿਰ ਅਗਨੀ ਦੇ ਦਿੱਤੀ ਆ ਚਿਖਾ ਨੂੰ ਸਿੰਘਾਂ ਨੇ। ਇਸੇ ਤਰ੍ਹਾਂ ਸੱਚਖੰਡ ਹਜੂਰ ਸਾਹਿਬ ਜੋ ਗੁਰਮੁਖ ਪਿਆਰੇ ਬਚਨ ਸੁਣਾਉਂਦੇ, ਉਹ ਕਹਿੰਦੇ ਭਾਈ ਹਰ ਸਿੰਘ ਜੀ ਨੇ ਅਗਨੀ ਦਿੱਤੀ। ਭਾਈ ਹਰ ਸਿੰਘ ਸੀ ਮਹਾਰਾਜ ਦੀ ਰੋਜ਼ ਦੀ ਡਾਇਰੀ ਲਿਖਣ ਵਾਲੇ ਸਿੰਘ, ਉਹਨਾਂ ਨੇ ਇਹ ਸੇਵਾ ਕੀਤੀ। ਲਿਖਸੇ ਵੈਦ ਸਗਲ ਤਤਕਾਲਾ। ਮਹਾਰਾਜ ਦਾ ਹੁਕਮ ਸੀ ਤੁਸੀਂ ਅਗਨੀ ਦੇ ਕੇ ਚਿਖਾ ਨੂੰ ਤੇ ਸਾਰਿਆਂ ਨੇ ਕਨਾਤੋਂ ਬਾਹਰ ਨਿਕਲ ਜਾਣਾ। ਫਿਰ ਸਾਰੇ ਸਿੰਘ ਕਨਾਤ ਤੋਂ ਬਾਹਰ ਆ ਗਏ। ਜਗਨਾਥ ਪੌਰ ਤਰ ਆਏ। ਜਦੋਂ ਕਹਿੰਦੇ ਕਨਾਤ ਦਾ ਦਰਵਾਜ਼ਾ ਛੱਡ ਕੇ ਬਾਹਰ ਆ ਗਏ, ਸ਼ਬਦ ਸ਼੍ਰਵਣ ਮੈਂ ਤਬ ਸੁਨ ਪਾਏ। ਉਸ ਵੇਲੇ ਕੰਨਾਂ ਦੇ ਵਿੱਚ ਆਵਾਜ਼ ਸੁਣੀ ਹੈ ਸਾਰਿਆਂ ਸਿੰਘਾਂ ਨੇ। ਵਾਹਿਗੁਰੂ ਜੀ ਕੀ ਬਹੁਤ ਫਤਿਹ। ਬਹੁਤ ਵਾਰੀ ਅੰਦਰੋਂ ਵਾਹਿਗੁਰੂ ਜੀ ਕੀ ਫਤਿਹ ਦੀ ਆਵਾਜ਼ ਆਈ। ਮਹਾਰਾਜ ਨੇ ਵਾਰ-ਵਾਰ ਫਤਿਹ ਗਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ। ਮਹਾਰਾਜ ਸੱਚਖੰਡ ਜਾ ਰਹੇ ਆ ਤੇ ਸਿੰਘਾਂ ਨੂੰ ਫਤਿਹ ਗਜਾਉਂਦੇ ਹੀ ਗਏ ਸਾਧ ਸੰਗਤ ਜੀ ਵਾਰ-ਵਾਰ। ਇਹ ਸਿੰਘਾਂ ਨੇ ਬਾਹਰ ਆਵਾਜ਼ ਸੁਣੀ ਕਨਾਤ ਤੋਂ, ਅੰਦਰੋਂ ਵਾਰ-ਵਾਰ ਆਵਾਜ਼ ਆ ਰਹੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਾਰ ਬਾਰ ਬੋਲਤ ਸੁਖ ਮਤੇ। ਮਹਾਰਾਜ ਸਾਹਿਬ ਜੀ ਸੁਖ ਸਰੂਪ ਸਤਿਗੁਰੂ ਗਰੀਬ ਨਵਾਜ ਆਪਣੇ ਮਤੇ ਦੇ ਵਿੱਚ, ਆਪਣੀ ਮੌਜ ਦੇ ਵਿੱਚ ਵਾਰ-ਵਾਰ ਫਤਿਹ ਗਜਾਈ ਜਾਂਦੇ। ਵਾਰ-ਵਾਰ ਅੰਦਰੋਂ ਕਨਾਤ ਤੋਂ ਇਹੋ ਹੀ ਆਵਾਜ਼ ਆਈ ਜਾਂਦੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਤੀ ਅਗਨ ਪ੍ਰਚੰਡ ਬੜੇ। ਜਦੋਂ ਕਹਿੰਦੇ ਵੀ ਅਗਨੀ ਐ ਪ੍ਰਚੰਡ ਹੋ ਗਈ, ਲਟ-ਲਟ ਕਰਕੇ ਸਾਰੀਆਂ ਜਿਹੜੀਆਂ ਲੱਕੜਾਂ ਵਾ ਉਹ ਮੱਚਣ ਲੱਗ ਪਈਆਂ। ਮੈਂ ਸਰੀਰ ਕੇ ਪਰਸੀ ਮੇਰੇ। ਮਹਾਰਾਜ ਦੇ ਸਰੀਰ ਦੇ ਲਾਗੇ ਨਹੀਂ ਆਈ ਅੱਗ, ਕਿਉਂਕਿ ਪੰਜਾਂ ਤੱਤਾਂ ਨੂੰ ਸਾੜੂਗੀ ਨਾ ਅੱਗ ਤੇ। ਹੁਣ ਪੰਜਾਂ ਤੱਤਾਂ ਨੂੰ ਤੇ ਪਹਿਲਾਂ ਹੀ ਮਹਾਰਾਜ ਨੇ ਤੱਤਾਂ 'ਚ ਮੇਲ ਦਿੱਤਾ। ਹੁਣ ਇਕੱਲੇ ਜੋਤ ਸਰੂਪ ਹੀ ਰਹਿ ਗਿਆ ਸਤਿਗੁਰੂ ਜੀ ਦਾ ਸਰੀਰ। ਹੁਣ ਇਕੱਲਾ ਪ੍ਰਕਾਸ਼ ਹੀ ਆ, ਜੋਤ ਹੀ ਆ। ਹੁਣ ਜੋਤ ਨੂੰ ਅੱਗ ਕਿਵੇਂ ਸਾੜੇ? ਮਹਾਰਾਜ ਦੇ ਸਰੀਰ ਦੇ ਨੇੜੇ ਉਹ ਅੱਗ ਨਹੀਂ ਆਈ ਚਿਖਾ ਵਾਲੀ, ਲੱਕੜਾਂ ਸਾਰੀਆਂ ਸੜ ਕੇ ਸੁਆਹ ਹੋ ਗਈਆਂ। ਤੇ ਗੁਰੂ ਸਾਹਿਬ ਜੀਆਂ ਚੌਂਕੜਾ ਲਾ ਕੇ ਬੈਠੇ ਹੋਏ ਆ। ਮਹਾਰਾਜ ਸਾਹਿਬ ਦਾ ਵਾਲ ਵੀ ਨਹੀਂ ਸਾੜ ਸਕੀ, ਕੇਸ ਵੀ ਨਹੀਂ ਸਾੜ ਸਕੀ, ਮਹਾਰਾਜ ਦਾ ਬਸਤਰ ਵੀ ਨਹੀਂ ਸਾੜ ਸਕੀ ਉਹ ਅੱਗ। ਇਹ ਮਹਾਰਾਜ ਦੀ ਆਪਣੀ ਕਲਾ ਸਤਿਗੁਰੂ ਸਾਹਿਬ ਜੀ ਦੀ। ਜਦੋਂ ਨਹੀਂ ਸਰੀਰ ਦੇ ਨੇੜੇ ਅੱਗ ਆਈ ਤਬ ਸਮਾਨ ਸਤਿਗੁਰੂ ਲਗਾਈ। ਤਾਂ ਫਿਰ ਮਹਾਰਾਜ ਜੀ ਨੇ ਨੇਤਰ ਮੁੰਦੇ ਆ ਤੇ ਸਮਾਧੀ ਸਥਿਤ ਹੋ ਗਏ। ਜੋਗ ਅਗਨ ਤੂਰਨ ਉਪਜਾਈ। ਉਸ ਵੇਲੇ ਆਪਣੇ ਅੰਦਰੋਂ ਫਿਰ ਆਪਣੀ ਨਾਭੀ ਚੋਂ ਅਗਨੀ ਪ੍ਰਗਟ ਕੀਤੀ ਮਹਾਰਾਜ। ਜੋਗ ਅਗਨ ਸਤਿਗੁਰੂ ਜੀ ਨੇ ਪ੍ਰਗਟ ਕੀਤੀ ਹੈ। ਚੜ੍ਹ ਆਕਾਸ਼ ਕੇ ਪੰਥ ਪਧਾਰੇ। ਇਹ ਕੌਤਕ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਤੇ ਮਹਾਰਾਜ ਸਾਹਿਬ ਜੀ ਫਿਰ ਆਕਾਸ਼ ਦੇ ਰਸਤੇ ਸੱਚਖੰਡ ਨੂੰ ਚਲੇ ਗਏ। ਇਹ ਤਾਂ ਇੱਕ ਬਹਾਨਾ ਜਿਹਾ ਬਣਾਇਆ ਮਹਾਰਾਜ ਨੇ, ਚਿਖਾ ਵਾਲਾ, ਅੰਗੀਠੇ ਵਾਲਾ ਤੇ ਅਗਨੀ ਪ੍ਰਚੰਡ ਕਰਨ ਵਾਲਾ। ਸਤਿਗੁਰੂ ਜੀ ਸਣ ਦੇ ਹੀ ਸੱਚਖੰਡ ਨੂੰ ਚਲੇ ਗਏ। ਜਦੋਂ ਦਿਨ ਚੜ੍ਹੇ ਤੋਂ ਤਵੇਲੇ 'ਚ ਜਾ ਕੇ ਵੇਖਿਆ ਸੀ ਨਾ, ਜਿਨ੍ਹਾਂ ਸਿੰਘਾਂ ਨੂੰ ਆਖਿਆ ਸੀ ਸਾਰੇ ਘੋੜੇ ਤਿਆਰ ਕਰ ਦਿਓ, ਤੇ ਮਹਾਰਾਜ ਦਾ ਕਮੈਤ ਘੋੜਾ ਉੱਥੇ ਤਵੇਲੇ 'ਚ ਹੈ ਨਹੀਂ ਸੀ। ਆਖਿਆ ਘੋੜਾ ਹੈ ਨਹੀਂ ਮਹਾਰਾਜ ਸਾਹਿਬ ਜੀ ਦਾ। ਸਤਿਗੁਰੂ ਘੋੜੇ ਸਮੇਤ ਸੱਚਖੰਡ ਚਲੇ ਗਏ। ਤੇ ਅੰਗੀਠਾ ਮਹਾਰਾਜ ਨੇ ਆਖਿਆ ਸੀ ਸਿੰਘੋ ਨਾ ਫੋਲਿਓ, ਪਰ ਫੋਲਿਆ ਬਾਅਦ ਵਿੱਚੋਂ ਕੀ ਨਿਕਲਿਆ? ਇੱਕੋ ਸ੍ਰੀ ਸਾਹਿਬ ਜਿਹੜੀ ਦਮਾਲੇ ਵਿੱਚ ਸਜਾਈ ਸੀ ਮਹਾਰਾਜ ਨੇ, ਸੁਨਹਿਰੀ ਸ੍ਰੀ ਸਾਹਿਬ। ਅੱਜ ਵੀ ਤਖਤ ਸਾਹਿਬ ਤੇ ਸੋਭਨੀਕ ਆ, ਉਹ ਦਰਸ਼ਨ ਕਰਾਏ ਜਾਂਦੇ ਉਹ ਸ੍ਰੀ ਸਾਹਿਬ ਦੇ। ਤਾਂ 2-4 ਮਿੰਟ ਸਾਧ ਸੰਗਤ ਜੀ ਹੋਰ ਆਪ ਜੀ ਦੇ ਸਮਾਂ ਭਾਵੇਂ ਸਮਾਪਤ ਹੈ, ਪਰ ਮਹਾਰਾਜ ਦੇ ਸੱਚਖੰਡ ਪਿਆਨੇ ਦੀ ਕਥਾ ਜਿਹੜੀ ਉਹਦੇ ਸੰਬੰਧ ਵਿੱਚ ਬੇਨਤੀ ਸਾਂਝੀ ਕਰਨੀ ਹੈ। ਇਹਦੇ ਤੇ ਸ਼ਰਧਾ ਵਾਲੇ ਤਾਂ ਕੋਈ ਸ਼ੰਕਾ ਨਹੀਂ ਕਰਦੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਪੌਣੇ 42 ਸਾਲ ਦੀ ਸਰੀਰ ਕਾਰਬਲਾ 'ਚ ਸਣ ਦੇ ਹੀ ਸੱਚਖੰਡ ਪਿਆਨਾ ਕੀਤਾ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਸਣ ਦੇ ਹੀ ਸੱਚਖੰਡ ਪਿਆਨਾ ਕੀਤਾ ਤੇ ਦਸਮ ਪਾਤਸ਼ਾਹ ਨੇ। ਪਰ ਕੁਝ ਲੋਕ ਇਹਦੇ ਤੇ ਸ਼ੰਕਾ ਕਰਦੇ ਆ, ਜਿਨ੍ਹਾਂ ਦੀ ਭਾਵਨਾ ਵਿੱਚ ਕਚਿਆਈ ਹੈ, ਉਹ ਕਥਾ ਕਰਨ ਲੱਗਿਆਂ ਵੀ ਕਰਦੇ ਆ ਤੇ ਕਥਾ ਸੁਣਨ ਵਾਲੇ ਵੀ ਕਈ ਇਸ ਗੱਲ ਦੇ ਉੱਤੇ ਸ਼ੰਕਾ ਕਰਦੇ। ਪਰ 1970 ਦੀ ਇੱਕ ਘਟਨਾ ਵਾ ਦਸਮ ਪਾਤਸ਼ਾਹ ਦੇ ਇੱਕ ਸਿੰਘ ਦੀ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖਿਆ ਕਮਾਈ, ਰਹਿਤ ਕਮਾਈ ਆਪਣੇ ਜੀਵਨ ਦੇ ਵਿੱਚ। ਯੂਪੀ ਦੇ ਇਲਾਕੇ ਵਿੱਚ ਹੋਇਆ। 4 ਨਵੰਬਰ 1970 ਨੂੰ ਜਿਹੜੀ ਅਖਬਾਰਾਂ ਛਪੀਆਂ ਉਹਦੇ ਵਿੱਚ ਉਹ ਘਟਨਾ ਸਾਰੀ ਛਪੀ ਸੀ।
ਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਮਾਸਕ ਪੱਤਰ ਸ਼ਬਦ ਆ ਉਹਦੇ ਵਿੱਚ ਵੀ ਸਿੰਘ ਦੱਸਦੇ ਵੀ ਉਹ ਜਿਹੜੀ ਘਟਨਾ ਸਾਰੀ ਛਾਪੀ ਗਈ ਸੀ। ਨਿਹੰਗ ਸਿੰਘ ਸੀਗਾ ਭਾਈ ਸਾਧੂ ਸਿੰਘ, ਉਹ ਗੁਰਦੁਆਰਾ ਸਾਹਿਬ ਸੇਵਾ ਨਿਭਾਉਂਦਾ ਸੀ ਉਸ ਇਲਾਕੇ ਵਿੱਚ, ਯੂਪੀ ਦੇ ਇਲਾਕੇ ਦੇ ਵਿੱਚ, ਗੁਰੂ ਘਰ ਦੇ ਵਿੱਚ 11 ਸਾਲ ਹੋ ਗਏ ਸੀ ਉਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਦਿਆਂ। ਤੇ ਰਹਿਤ ਮਰਿਆਦਾ 'ਚ ਤਿਆਰ ਬਰ ਤਿਆਰ ਸੀ, ਬਾਣੀ ਬਾਣੇ ਵਿੱਚ ਤਿਆਰ ਬਰ ਤਿਆਰ, ਤੇ ਦਮਾਲੇ ਵਿੱਚ ਫਰਲਾ ਸਜਾਉਂਦਾ ਹੁੰਦਾ ਸੀ ਉਹ ਸਿੰਘ, ਫਰਲੇ ਵਾਲਾ ਸਿੰਘ ਸੀ। ਤੇ ਜਦੋਂ ਬਜ਼ੁਰਗ ਹੋ ਗਿਆ 116 ਸਾਲ ਦੀ ਉਮਰ ਦੇ ਵਿੱਚ ਉਹ ਸਿੰਘ ਚੜ੍ਹਾਈ ਕੀਤਾ, ਭਾਈ ਸਾਧੂ ਸਿੰਘ ਉਹਦਾ ਨਾਮ। ਇਹ ਜਿਹੜੀ ਗੱਲ ਹੈ ਇਹ ਤਖਤ ਸਾਹਿਬ ਉੱਤੇ ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਤੇ ਗਿਆਨੀ ਜੰਗਬੀਰ ਸਿੰਘ ਜੀ ਨੇ ਉੱਥੇ ਕਥਾ ਦੇ ਵਿੱਚ ਵੀ ਬਚਨ ਸੁਣਾਇਆ ਵੀ ਉਹਨਾਂ ਦੇ ਕੋਲੇ ਵੀ ਸਾਰਾ ਰਿਕਾਰਡ ਹੈ ਤਖਤ ਸ੍ਰੀ ਹਜ਼ੂਰ ਸਾਹਿਬ। ਕਹਿੰਦੇ ਵੀ ਉਹ ਬਜ਼ੁਰਗ ਲੰਮਾ ਚੌੜਾ ਇਤਿਹਾਸ ਹੈ, ਆਪਣੀ ਬਹੁਤ ਰਹਿਤ ਮਰਿਆਦਾ ਵਿੱਚ ਤਿਆਰ ਬਰ ਤਿਆਰ ਰਹਿੰਦੇ, ਤੇ ਉਹਨਾਂ ਨੇ ਆਉਣ ਵਾਲੀ ਸੰਗਤ ਨੂੰ ਕਹਿਣਾ, ਪ੍ਰਬੰਧਕਾਂ ਨੂੰ ਕਹਿਣਾ ਵੀ ਜਦੋਂ ਮੈਂ ਚੜ੍ਹਾਈ ਕਰਨਾ ਤੁਹਾਡੀਆਂ ਲੱਕੜਾਂ ਨਹੀਂ ਮੈਂ ਲੈਣੀਆਂ, ਮੈਂ ਤੁਹਾਡੀ ਸੇਵਾ ਨਹੀਂ ਲੈਣੀ, ਤੁਹਾਡੇ ਮੋਢਿਆਂ ਤੇ ਚੜ੍ਹ ਕੇ ਨਹੀਂ ਜਾਣਾ, ਮੈਂ ਆਪਣਾ ਸੰਸਕਾਰ ਆਪੇ ਹੀ ਕਰ ਜਾਣਾ। ਸਾਰੇ ਹੈਰਾਨ ਸੀ ਵੀ ਇਹ ਕਿਵੇਂ ਕਰੇਗਾ। 116 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਇੱਕ ਘਰ ਵਿੱਚ ਉਹਨਾਂ ਦਾ ਜਲ ਪਾਣੀ ਆਉਂਦਾ ਸੀ। ਜਦੋਂ ਬਜ਼ੁਰਗ ਹੋ ਗਏ ਸੀ, ਪਰਿਵਾਰ ਨੇ ਆਖਿਆ ਸੀ ਕਿ ਬਾਬਾ ਜੀ ਹੁਣ ਅਸੀਂ ਮਰਿਆਦਾ ਨਾਲ ਜਲ ਪਾਣੀ ਤਿਆਰ ਕਰਕੇ ਆਪ ਜੀ ਨੂੰ ਦੇ ਦਿਆ ਕਰਾਂਗੇ, ਤੁਸੀਂ ਬਜ਼ੁਰਗ ਹੋ ਚੁੱਕੇ ਹੋ, ਸਾਨੂੰ ਸੇਵਾ ਦੇ ਦਿਓ। ਗੁਰਦੁਆਰੇ ਸਾਹਿਬ ਦੇ ਪ੍ਰਧਾਨ ਦੇ ਘਰੋਂ ਕਹਿੰਦੇ ਵੀ ਉਹਨਾਂ ਦਾ ਜਲ ਪਾਣੀ ਆਉਂਦਾ ਸੀ। ਉਹਨਾਂ ਕਿਹਾ ਠੀਕ ਹੈ। ਉਸ ਦਿਨ ਫਿਰ ਉਹਨਾਂ ਦਾ ਭੁਜੰਗੀ ਸਿੰਘ ਜਲ ਪਾਣੀ ਲੈ ਕੇ ਆਇਆ, ਤੇ ਉਹਨਾਂ ਆਖਿਆ ਵੀ ਭੁਜੰਗੀਆ ਰੱਖ ਦੇ ਇੱਥੇ, ਵੀ ਅੱਜ ਤੇ ਅਖੀਰਲਾ ਦਿਨ ਜਲ ਪਾਣੀ ਤਾਂ ਛਕਣਾ ਨਹੀਂ ਸੀ, ਦੱਸਿਆ ਨਹੀਂ। ਪਰ ਗੁਰੂ ਮਹਾਰਾਜ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਕਰਕੇ ਤੇ ਲੰਮੇ ਪੈ ਗਏ। ਕਹਿੰਦੇ ਜਦੋਂ ਲੰਮੇ ਪੈ ਗਏ ਤੇ ਉਹਨਾਂ ਨੇ ਆਪਣੀ ਨਾਭੀ ਦੇ ਵਿੱਚੋਂ ਅੱਗ ਪ੍ਰਗਟ ਕੀਤੀ। ਉਸ ਸਿੰਘ ਨੇ 116 ਸਾਲਾਂ ਦੇ ਨਿਹੰਗ ਸਿੰਘ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਹਿਤ ਵਿੱਚ ਤਿਆਰ ਬਰ ਤਿਆਰ ਗੁਰੂ ਕੇ ਸਿੰਘ ਨੇ, ਉਹਦੀ ਨਾਭੀ ਦੇ ਵਿੱਚੋਂ ਅੱਗ ਪ੍ਰਗਟ ਹੋਈ, ਅੱਗ ਤੇ ਅੱਗ ਦੀਆਂ ਲਾਟਾਂ ਨਿਕਲੀਆਂ। ਕਹਿੰਦੇ ਉਸ ਭਜੰਗੀ ਨੇ ਜਾ ਕੇ ਰੌਲਾ ਪਾਇਆ, ਸ਼ਹਿਰ ਦੇ ਵਿੱਚ ਸੀ ਗੁਰਦੁਆਰਾ ਸਾਹਿਬ, ਆਪਣੇ ਘਰੇ ਵੀ ਜਾ ਕੇ ਦੱਸਿਆ, ਲੋਕ ਇਕੱਠੇ ਹੋ ਗਏ, ਲੱਖਾਂ ਦਾ ਇਕੱਠ ਉੱਥੇ ਹੋ ਗਿਆ ਥੋੜ੍ਹੇ ਸਮੇਂ ਦੇ ਵਿੱਚ। ਤੇ ਉਹ ਸਿੰਘ ਦਾ ਸੰਸਕਾਰ ਹੋ ਰਿਹਾ ਸੀ, ਆਪਣੇ ਆਪ ਸੰਸਕਾਰ ਸਰੀਰ ਦਾ ਹੋ ਰਿਹਾ ਸੀ। ਉੱਥੇ ਕਹਿੰਦੇ ਵੀ ਡੀਸੀ ਵੀ ਆਇਆ, ਪੁਲਿਸ ਵੀ ਆਈ, ਸਾਰੇ ਵੇਖੇ, ਪਰ ਉਹ ਸਾਰੇ ਵੇਖ ਰਹੇ, ਉਹ ਕਹਿੰਦੇ ਵੀ ਅੱਗ ਹੋਰ ਕਿਸੇ ਪਾਸਿਓਂ ਨਹੀਂ ਲੱਗੀ, ਅੱਗ ਬਾਬਾ ਜੀ ਦੇ ਸਰੀਰ ਦੇ ਵਿੱਚੋਂ ਹੀ ਇਹ ਪ੍ਰਗਟ ਹੋਈ ਆ। ਪਹਿਲੋਂ ਬੁਝਾਉਣ ਦਾ ਯਤਨ ਕੀਤਾ, ਫਿਰ ਵਿੱਚੋਂ ਸਿੰਘਾਂ ਨੇ ਆਖਿਆ ਵੀ ਨਾ ਬੁਝਾਓ ਨਾ, ਵੇਖੋ ਕਿਸੇ ਗਲੀਚੇ ਨੂੰ ਅੱਗ ਨਹੀਂ ਲੱਗੀ, ਦਰੀ ਨੂੰ ਅੱਗ ਨਹੀਂ ਲੱਗੀ, ਬਾਬਾ ਜੀ ਦੇ ਸਰੀਰ ਦੇ ਵਿੱਚੋਂ ਅੱਗ ਆ ਰਹੀ। ਵੇਂਦਿਆਂ ਵੇਂਦਿਆਂ ਉਹਨਾਂ ਦਾ ਸਾਰਾ ਸਰੀਰ ਭਸਮ ਹੋ ਗਿਆ, ਸਾਰਾ ਸਰੀਰ। ਕਹਿੰਦੇ ਵੀ ਇੱਕ ਪੈਰ ਨੂੰ ਜਾ ਕੇ ਕਮਾਈ ਨੇ ਹੱਥ ਲਾ ਦਿੱਤਾ, ਨਮਸਕਾਰ ਕਰ ਦਿੱਤੀ, ਇਕੱਲਾ ਪੈਰ ਕਹਿੰਦੇ ਸੰਸਕਾਰ ਹੋਣ ਵਾਲਾ ਰਹਿ ਗਿਆ, ਬਾਕੀ ਸਾਰਾ ਸਰੀਰ ਜਿਹੜਾ ਸੀ ਉਹ ਭਸਮ ਹੋ ਗਿਆ। ਆਪਣੇ ਆਪ ਉਹ ਸਿੰਘ ਨੇ ਆਪਣਾ ਸੰਸਕਾਰ ਜੋਗ ਅਗਨੀ ਦੇ ਨਾਲ ਆਪਣੀ ਅੰਦਰੋਂ ਪ੍ਰਗਟ ਕਰਕੇ ਸਿਮਰਨ ਦੀ ਸ਼ਕਤੀ ਦੇ ਨਾਲ ਆਪ ਕੀਤਾ। ਫਿਰ ਥੋੜ੍ਹੇ ਸਮੇਂ ਬਾਅਦ ਜਿਹੜੀ ਉਹ ਰਾਖ ਸੀ, ਰਾਖ ਵੀ ਆਪੇ ਸਮਾਪਤ ਹੋ ਗਈ, ਤੇ ਜਿਹੜੀ ਅੱਗ ਮੱਚ ਰਹੀ ਸੀ, ਸੁਗੰਧੀ ਇੰਝ ਆ ਰਹੀ ਸੀ ਕਿ ਜਿਵੇਂ ਕੋਈ ਸਮੱਗਰੀ ਪਾ ਕੇ ਹਵਨ ਕਰ ਰਿਹਾ ਹੋਵੇ, ਇਸ ਤਰ੍ਹਾਂ ਦੀ ਕਹਿੰਦੇ ਆ ਰਹੀ ਸੀ। ਫਿਰ ਉਸ ਮੌਕੇ ਤੇ ਇਹ 4 ਨਵੰਬਰ 1970 ਨੂੰ ਅਖਬਾਰਾਂ ਵਿੱਚ ਵੀ ਇਹ ਘਟਨਾ ਛਪੀ ਵੀ ਇਹ ਬਜ਼ੁਰਗ ਨੇ, ਬਾਬਾ ਜੀ ਨੇ ਆਪਣਾ ਸੰਸਕਾਰ ਆਪ ਕੀਤਾ। ਤੇ ਜਦੋਂ ਸਿੰਘ ਸਾਧ ਸੰਗਤ ਜੀ ਇਸ ਤਰ੍ਹਾਂ ਕਰ ਸਕਦੇ ਆ, ਗੁਰਮੁਖ ਭਗਤਾਂ ਦੀ, ਸਿੰਘਾਂ ਦੀ ਅਵਸਥਾ ਇਸ ਤਰ੍ਹਾਂ ਦੀ ਆ, ਤੇ ਕਲਗੀਧਰ ਪਾਤਸ਼ਾਹ ਦਾ ਤੇ ਕਹਿਣਾ ਹੀ ਕੀ ਆ। ਮਹਾਰਾਜ ਸਾਹਿਬ ਸਣਦੇ ਹੀ ਸੱਚਖੰਡ ਪਿਆਨਾ ਕੀਤਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ, ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਬੇਕ ਸਾਰਾ ਯਾਰ ਗੁਰ ਗੋਬਿੰਦ ਸਿੰਘ। हे गोविंद हे गोपाल हे दयाल लाल, प्राणनाथ अनाथ सखे दीन दर्द निवार, हे समर्थ अगम पूरन मोहे मया तार, अंधकूप महाभयान नानक पार, आए प्रभ शरणागति कृपा निध दयाल, एक अखर हर मन बसत नानक होत,
कथा निता प्रत होत है, सुनहो सिंह सुजान। नानक गुर गोबिंद सिंह जी सदा करे, नानक गुर गोबिंद सिंह जी सदा करे कल्याण। वाहिगुरु जी का खालसा, वाहिगुरु जी की फतेह। सत श्री अकाल। वाहिगुरु जी का खालसा, वाहिगुरु जी की फतेह।